ਜਿਹੜੇ ਪੇਸ਼ੈਂਟ ਲੰਬੇ ਟਾਈਮ ਤੋਂ 5 ਸਾਲ 10 ਸਾਲ ਜਾਂ 15 ਸਾਲ ਤੋਂ ਥਾਇਰਾਇਡ ਦੀ ਦਵਾਈ ਖਾ ਰਹੇ ਆ, ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਕੋਲ ਆ ਕੇ 2 ਮਹੀਨੇ ਦਵਾਈ ਖਾਓ। 2 ਮਹੀਨੇ ਦੇ ਵਿੱਚ ਉਹਨਾਂ ਦੀ 100% ਰਿਜ਼ਲਟ ਉਹਨਾਂ ਨੂੰ ਮੈਂ ਦਵਾਂਗਾ, ਜਿੰਨਾ ਮਰਜ਼ੀ ਥਾਇਰਾਇਡ ਵਧਿਆ ਹੋਵੇ ਜਾਂ ਘਟਿਆ ਹੋਵੇ। ਇਹ ਕਮ ਸੇ ਕਮ 8 ਤੋਂ 10 ਜੜੀ ਬੂਟੀਆਂ ਦੇ ਨਾਲ ਬਣਿਆ ਹੋਇਆ, ਠੀਕ ਹੈ। ਇਹਦੇ ਚ ਅਲੱਗ-ਅਲੱਗ ਤਰ੍ਹਾਂ ਦੇ ਤੇਲ ਮਿਕਸ ਕੀਤੇ ਹੋਏ ਨੇ ਤੇ ਜੜੀ ਬੂਟੀਆਂ ਦਾ ਐਕਸਟ੍ਰੈਕਟ ਮਿਕਸ ਕੀਤਾ ਹੋਇਆ, ਜਿਹੜੇ ਪੇਨ ਦੀ ਪੇਸ਼ੈਂਟ ਦੀ ਪੇਨ ਦੇ ਅਕੋਰਡਿੰਗ ਆਪਾਂ ਡਿਸਾਈਡ ਕਰਦੇ ਹਾਂ ਕਿ ਉਹਨੂੰ ਕਿਹੜੇ ਤੇਲ ਦੀ ਲੋੜ ਹੈ। ਸੋ ਉਹ ਆਇਲ ਆਪਾਂ ਗੋਡੇ ਦੇ ਉੱਤੇ ਟਿਕਾ ਕੇ ਰੱਖਦੇ ਆ ਆਪਾਂ, ਤੇ ਇਹ ਪ੍ਰੋਸੈਸ ਜਿਹੜਾ ਆ 45 ਤੋਂ 50 ਮਿੰਟ ਚੱਲਦਾ ਹੈ, ਜਿਹਦੇ ਨਾਲ ਜਿਹੜੀ ਗੋਡੇ ਦੇ ਵਿੱਚ ਕੜਕੜ ਦੀ ਆਵਾਜ਼ ਆਉਂਦੀ ਹੈ, ਲੁਬਰੀਕੇਸ਼ਨ ਘਟ ਗਈ, ਜਿਹਨੂੰ ਕਹਿੰਦੇ ਗਰੀਸ ਖਤਮ ਹੋ ਜਾਂਦੀ ਹੈ। ਆਪਾਂ ਇੱਕ ਨੈਚੁਰਲ ਤਰੀਕੇ ਦੇ ਨਾਲ ਗਰੀਸ ਭਰਦੇ ਆ ਵਿੱਚ। ਸਾਡੇ ਜਿਹੜਾ ਗੋਡਾ ਆ ਜਾਂ ਸਾਡੀ ਜਿਹੜੀ ਸਕਿਨ ਹੈਗੀ ਆ, ਸਕਿਨ ਦੇ ਵਿੱਚ ਪੋਰਸ ਹੁੰਦੇ ਨੇ ਜਿਹੜੇ ਚ ਪਸੀਨਾ ਆਉਂਦਾ ਹੈ, ਤਾਂ ਆਪਾਂ ਆਇਲ ਉਹਦੇ ਤੇ ਟਿਕਾ ਕੇ ਉਹਨੂੰ ਟਕੋਰ ਦਿੰਦੇ ਆ ਇੱਕ ਤਰ੍ਹਾਂ ਦਾ। ਜਦੋਂ ਟਕੋਰ ਮਿਲਦਾ ਹੈ ਤਾਂ ਉਹ ਪੋਰਸ ਓਪਨ ਹੁੰਦੇ ਨੇ ਸਾਡੇ। ਜਦੋਂ ਪੋਰਸ ਓਪਨ ਹੋ ਗਏ ਤਾਂ ਜਿਹੜਾ ਆਇਲ ਦਾ ਐਬਜ਼ੌਰਪਸ਼ਨ ਹੈ ਉਹ ਅੰਦਰ ਤੱਕ ਜਾਂਦਾ ਹੈ ਗੋਡੇ ਦੇ, ਜਿਹਦੇ ਨਾਲ ਉਹ ਗੋਡੇ ਨੂੰ ਲੁਬਰੀਕੇਸ਼ਨ ਪ੍ਰੋਵਾਈਡ ਕਰਦਾ ਹੈ। ਸਮੱਸਿਆ ਕੀ ਸੀਗੀ ਤੁਹਾਨੂੰ? ਜਿਵੇਂ ਦੱਸਿਆ ਕਿ 10 ਦਿਨ ਹੋ ਗਏ ਥੈਰੇਪੀ ਤੁਸੀਂ ਕਰਾ ਰਹੇ ਹੋ, ਦਿੱਕਤ ਕੀ ਆ ਰਹੀ ਸੀ ਤੁਹਾਨੂੰ? ਮੈਂ ਬਹੁਤ ਇਲਾਜ ਕਰਾਇਆ, ਮੈਡੀਸਨ ਬਹੁਤ ਲਈਆਂ, ਪਰ ਮੈਨੂੰ ਕਿਤੇ ਨਹੀਂ ਆਰਾਮ ਆਇਆ। ਤੇ ਮੁੜ ਕੇ ਮੈਨੂੰ ਇਹਨਾਂ ਦਾ ਪਤਾ ਲੱਗਾ, ਮੈਂ ਇੱਥੇ ਆਈ ਤੇ ਮੈਨੂੰ ਕਾਫੀ ਹੱਦ ਤੱਕ ਫਾਇਦਾ ਹੈ। ਮੇਰੀਆਂ ਦਵਾਈਆਂ ਵੀ ਸੁੱਟ ਗਈਆਂ ਆ ਅੱਗੇ ਨਾਲੋਂ ਕਾਫੀ ਜ਼ਿਆਦਾ। ਜਿਨ੍ਹਾਂ ਦੇ ਬੈਕ ਦੇ ਵਿੱਚ ਪੇਨ ਰਹਿੰਦੀ ਹੈ ਜਾਂ ਸਰਵਾਈਕਲ ਹੈਗਾ ਉਹਨਾਂ ਦੇ ਲਈ ਕਿਹੜੀ ਥੈਰੇਪੀ ਹੈਗੀ ਹੈ? ਦੇਖੋ ਜੀ, ਜਿੱਦਾਂ ਜਾਨੋ ਬਸਤੀ ਥੈਰੇਪੀ ਹੈ, ਉਦਾਂ ਹੀ ਸਾਡੇ ਸਰਵਾਈਕਲ ਦੇ ਲਈ ਗਰੀਵਾ ਬਸਤੀ ਹੈ, ਲੋਅਰ ਬੈਕ ਪੇਨ ਲਈ ਕਟੀ ਬਸਤੀ ਥੈਰੇਪੀ ਹੈ। ਜਿੱਦਾਂ ਆਪਾਂ ਕਵਰਿੰਗ ਇਦਾਂ ਕੀਤੀ ਹੋਈ ਹੈ ਜੁਆਇੰਟਸ ਦੇ ਵਿੱਚ, ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਇਹ ਕਵਰਿੰਗ ਕੀਤੀ, ਉਦਾਂ ਹੀ ਸਾਡੇ ਲੋਅਰ ਬੈਕ ਤੇ ਆਪਾਂ ਕਵਰਿੰਗ ਕਰਕੇ ਸੇਮ ਤਰੀਕੇ ਦਾ ਪ੍ਰੋਸੈਸ ਹੈਗਾ। ਆਇਲ ਨੂੰ ਉਹਦੇ ਤੇ ਟਿਕਾਉਂਦੇ ਆ ਆਪਾਂ, ਉਦਾਂ ਹੀ ਸਰਵਾਈਕਲ ਦੇ ਵਿੱਚ ਵੀ ਉਹਨੂੰ ਕਵਰਿੰਗ ਕਰਕੇ ਆਇਲ ਟਿਕਾਉਂਦੇ ਆ ਉਹਦੇ ਤੇ ਆਪਾਂ, ਕਿਉਂਕਿ ਜੋੜਾਂ ਦੀ ਦਰਦਾਂ ਪੰਜਾਬ ਦੇ ਵਿੱਚ ਕੀ ਪੂਰੇ ਇੰਡੀਆ ਲੈਵਲ ਤੇ ਜਾਂ ਪੂਰੇ ਵਰਲਡ ਲੈਵਲ ਤੇ ਬਹੁਤ ਹੀ ਕਾਮਨ ਪ੍ਰੋਬਲਮ ਹੈ। ਹਰ ਇੱਕ ਬੰਦੇ ਨੂੰ, ਦੂਜੇ ਤੀਜੇ ਬੰਦੇ ਨੂੰ ਜੋੜਾਂ ਦੀ ਪ੍ਰੋਬਲਮ ਰਹਿੰਦੀ ਹੈ। ਲੇਕਿਨ ਜੇ ਆਯੁਰਵੈਦਿਕ ਤਰੀਕੇ ਦੀ ਗੱਲ ਕਰੀਏ ਤਾਂ ਆਯੁਰਵੈਦ ਦੇ ਵਿੱਚ ਸਾਡੇ ਕੋਲ ਪੰਚਕਰਮਾ ਥੈਰੇਪੀਜ਼ ਇੱਦਾਂ ਦੀਆਂ ਥੈਰੇਪੀਜ਼ ਹੈਗੀਆਂ ਜਿਹੜੀਆਂ ਜੋੜਾਂ ਦੀ ਦਰਦਾਂ ਨੂੰ ਜੜੋਂ ਖਤਮ ਕਰ ਸਕਦੀਆਂ। ਜਿੱਦਾਂ ਆਪਾਂ ਗੱਡੀ ਦੀ ਸਰਵਿਸ ਕਰਵਾਉਂਦੇ ਆ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ, ਉੱਦਾਂ ਹੀ ਸਾਡੇ ਬੋਡੀ ਨੂੰ ਵੀ ਸਰਵਿਸ ਦੀ ਲੋੜ ਹੈ। ਉਹ ਸਰਵਿਸ ਜਿਹੜੀ ਆ ਪੰਚਕਰਮਾ ਦੇ ਵਿੱਚ ਪੋਸੀਬਲ ਹੈ, ਜਿਹੜੀ ਆਪਾਂ ਬਿਮਾਰੀਆਂ ਨੂੰ ਜੜੋਂ ਕੱਢਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ। ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ। ਜੇਕਰ ਤੁਹਾਨੂੰ ਵੀ ਜੋੜਾਂ ਦੀ ਦਰਦ ਹੈ, ਬੈਕ ਦੇ ਵਿੱਚ ਪੇਨ ਹੁੰਦੀ ਹੈ, ਸਰਵਾਈਕਲ ਜਾਂ ਥਾਇਰਾਇਡ ਤੋਂ ਪਰੇਸ਼ਾਨ ਹੋ, ਤਾਂ ਅੱਜ ਤੁਹਾਨੂੰ ਆਯੁਰਵੈਦਿਕ ਤਰੀਕੇ ਦੇ ਨਾਲ ਇਹਨਾਂ ਸਮੱਸਿਆਵਾਂ ਦਾ ਜੜ ਤੋਂ ਇਲਾਜ ਦੱਸਾਂਗੇ। ਇਸ ਵੇਲੇ ਅਸੀਂ ਜਲੰਧਰ ਦੇ ਵਿੱਚ PPR ਮਾਰਕੀਟ ਦੇ ਵਿੱਚ ਵੇਦਾ ਵਾਈਬ ਕਲੀਨਿਕ ਦੇ ਉੱਪਰ ਮੌਜੂਦ ਹਾਂ, ਜਿੱਥੇ ਡਾਕਟਰ ਅਰੁਣ ਕੁਮਾਰ ਆਯੁਰਵੈਦਿਕ ਤਰੀਕੇ ਦੇ ਨਾਲ ਇਹਨਾਂ ਸਮੱਸਿਆਵਾਂ ਦਾ ਇਲਾਜ ਕਰਦੇ ਨੇ। ਡਾਕਟਰ ਅਰੁਣ ਕੁਮਾਰ ਕੇਰਲਾ ਤੋਂ ਪੰਚਕਰਮਾ ਦੀ ਪੜ੍ਹਾਈ ਕਰਕੇ ਆਏ ਨੇ ਔਰ ਉੱਥੋਂ ਦੀ ਤਕਨੀਕ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ। ਥੈਰੇਪੀ ਦੇ ਨਾਲ ਹੀ ਕਾਫੀ ਹੱਦ ਤੱਕ ਇਹਨਾਂ ਨੇ ਕਈ ਮਰੀਜ਼ ਠੀਕ ਕਰ ਦਿੱਤੇ ਨੇ ਔਰ ਕਈ ਮਰੀਜ਼ਾਂ ਦਾ ਇਹ ਇਲਾਜ ਕਰ ਰਹੇ ਨੇ। ਤਾਂ ਕਿਵੇਂ ਇਹ ਸਮੱਸਿਆਵਾਂ ਦਾ ਹੱਲ ਕਰਦੇ ਨੇ, ਕਿਉਂਕਿ ਬਹੁਤ ਸਾਰੇ ਲੋਕ ਇਹਨਾਂ ਸਮੱਸਿਆਵਾਂ ਤੋਂ ਪਰੇਸ਼ਾਨ ਹੈਗੇ ਨੇ, ਬਹੁਤ ਸਾਰੇ ਲੋਕ ਇਲਾਜ ਕਰਵਾ ਰਹੇ ਨੇ ਪਰ ਫਰਕ ਨਹੀਂ ਪੈ ਰਿਹਾ। ਪਰ ਆਯੁਰਵੈਦਿਕ ਤਰੀਕੇ ਦੇ ਨਾਲ ਕਿਵੇਂ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ, ਸਾਰੀ ਗੱਲਬਾਤ ਕਰਾਂਗੇ। ਇਸ ਵੇਲੇ ਇੱਕ ਪੇਸ਼ੈਂਟ ਵੀ ਹੈਗੇ ਨੇ ਜਿਹੜੇ ਥੈਰੇਪੀ ਲੈ ਰਹੇ ਨੇ, ਇਹਨਾਂ ਦਾ ਐਕਸਪੀਰੀਅੰਸ ਵੀ ਤੁਹਾਡੇ ਨਾਲ ਸਾਂਝਾ ਕਰਵਾਵਾਂਗੇ। ਤਾਂ ਡਾਕਟਰ ਅਰੁਣ ਕੁਮਾਰ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ, ਪਹਿਲਾਂ ਤਾਂ ਸਵਾਗਤ ਜਗਬਾਣੀ ਤੇ। ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਏ ਹੋ ਸਾਡੇ ਕੋਲ ਅੱਜ, ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਛਾ, ਪਹਿਲਾ ਸਵਾਲ ਮੇਰਾ ਕਿ ਬੜੇ ਸਾਰੇ ਲੋਕ ਜੋੜਾਂ ਦੀਆਂ ਦਰਦਾਂ ਤੋਂ ਪਰੇਸ਼ਾਨ ਹੈਗੇ ਨੇ, ਬੜੇ ਸਾਰੇ ਲੋਕ ਇਲਾਜ ਵੀ ਕਰਵਾਉਂਦੇ ਨੇ। ਆਯੁਰਵੈਦਿਕ ਤਰੀਕੇ ਦੇ ਨਾਲ ਤੁਸੀਂ ਕੇਰਲਾ ਦੀ ਤਕਨੀਕ ਦੇ ਨਾਲ ਕਿਵੇਂ ਇਲਾਜ ਕਰਦੇ ਹੋ ਇਹਨਾਂ ਸਮੱਸਿਆਵਾਂ ਦੀ? ਦੇਖੋ ਜੀ, ਆਯੁਰਵੈਦਿਕ ਤਰੀਕੇ ਨਾਲ ਜੋੜਾਂ ਦੀ ਦਰਦਾਂ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਉਹਨਾਂ ਨੂੰ ਠੀਕ ਕਰ ਦਿੰਦੇ ਆ, ਕਿਉਂਕਿ ਜੋੜਾਂ ਦੀ ਦਰਦਾਂ ਪੰਜਾਬ ਦੇ ਵਿੱਚ ਕੀ ਪੂਰੇ ਇੰਡੀਆ ਲੈਵਲ ਤੇ ਜਾਂ ਪੂਰੇ ਵਰਲਡ ਲੈਵਲ ਤੇ ਬਹੁਤ ਹੀ ਕਾਮਨ ਪ੍ਰੋਬਲਮ ਹੈ। ਹਰ ਇੱਕ ਬੰਦੇ ਨੂੰ, ਦੂਜੇ ਤੀਜੇ ਬੰਦੇ ਨੂੰ ਜੋੜਾਂ ਦੀ ਪ੍ਰੋਬਲਮ ਰਹਿੰਦੀ ਹੈ। ਲੇਕਿਨ ਜੇ ਆਯੁਰਵੈਦਿਕ ਤਰੀਕੇ ਦੀ ਗੱਲ ਕਰੀਏ ਤਾਂ ਆਯੁਰਵੈਦ ਦੇ ਵਿੱਚ ਸਾਡੇ ਕੋਲ ਪੰਚਕਰਮਾ ਥੈਰੇਪੀਜ਼ ਇੱਦਾਂ ਦੀਆਂ ਥੈਰੇਪੀਜ਼ ਹੈਗੀਆਂ ਜਿਹੜੀਆਂ ਜੋੜਾਂ ਦੀ ਦਰਦਾਂ ਨੂੰ ਜੜੋਂ ਖਤਮ ਕਰ ਸਕਦੀਆਂ, ਜੇ ਮਰੀਜ਼ ਨੂੰ ਉਸ ਚੀਜ਼ ਦੀ ਨੌਲੇਜ ਹੋਵੇ ਤਾਂ। ਜੇ ਨਹੀਂ ਹੈਗੀ ਤਾਂ ਆਪਾਂ ਉਹਨਾਂ ਨੂੰ ਉਸ ਚੀਜ਼ ਦੇ ਲਈ ਗਾਈਡ ਕਰਦੇ ਹਾਂ ਤਾਂ ਆਪਾਂ ਉਹਦਾ ਟ੍ਰੀਟਮੈਂਟ ਕਰਦੇ ਹਾਂ। ਠੀਕ ਹੈ, ਇਹ ਤੁਸੀਂ ਕਿਵੇਂ ਕਰ ਰਹੇ ਹੋ? ਇਹ ਵੀ ਇੱਕ ਪੇਸ਼ੈਂਟ ਇੱਥੇ ਹੈਗੇ ਨੇ, ਤਾਂ ਇਹ ਆਇਲ ਵੀ ਇਹਦੇ ਚ ਪਾਇਆ ਹੋਇਆ। ਟੈਕਨੀਕ ਸਮਝਾਓ ਕਿ ਕੇਰਲਾ ਦੀ ਟੈਕਨੀਕ ਕਿਵੇਂ ਕੰਮ ਕਰਦੀ ਹੈ। ਸਾਡੇ ਕੋਲ ਜਾਨੋ ਬਸਤੀ ਥੈਰੇਪੀ ਪੰਚਕਰਮਾ ਦੀ ਥੈਰੇਪੀਜ਼ ਹੈ,
ਜਿਹਦੇ ਵਿੱਚ ਗੋਡੇ ਨੂੰ ਆਪਾਂ ਕਵਰ ਕਰਕੇ ਪ੍ਰੋਪਰ ਤਰੀਕੇ ਨਾਲ, ਚਾਰੋਂ ਤਰੀਕੇ ਨਾਲ, ਹਾਂ। ਉਹਦੇ ਵਿੱਚ ਉੜਦ ਦੀ ਦਾਲ ਦਾ ਕਵਰਿੰਗ ਕਰਦੇ ਆ। ਤੇ ਜਿਹੜੇ ਵੀ ਮੈਡੀਕੇਟਿਡ ਆਇਲ ਨੇ ਸਾਡੇ ਕੋਲ, ਜਿਹੜੇ ਕੇਰਲਾ ਤੋਂ ਆਉਂਦੇ ਨੇ ਸਪੈਸ਼ਲ, ਕਿਉਂਕਿ ਮੈਂ ਕੇਰਲਾ ਤੋਂ ਪੜ੍ਹਿਆ ਪੰਚਕਰਮਾ ਥੈਰੇਪੀਜ਼ ਦਾ ਸਾਰਾ, ਠੀਕ ਹੈ। ਸੋ ਉੱਥੇ ਦੀ ਆਇਲ ਦੀ ਐਫੀਕੇਸੀ ਬਹੁਤ ਜ਼ਿਆਦਾ ਹਾਂ। ਹੈ। ਸੋ ਉਹ ਆਇਲ ਆਪਾਂ ਗੋਡੇ ਦੇ ਉੱਤੇ ਟਿਕਾ ਕੇ ਰੱਖਦੇ ਆ ਆਪਾਂ, ਠੀਕ ਹੈ। ਤੇ ਇਹ ਪ੍ਰੋਸੈਸ ਜਿਹੜਾ ਆ 45 ਤੋਂ 50 ਮਿੰਟ ਚੱਲਦਾ ਹੈ, ਠੀਕ ਹੈ। ਜਿਹਦੇ ਨਾਲ ਜਿਹੜੀ ਗੋਡੇ ਦੇ ਵਿੱਚ ਕੜਕੜ ਦੀ ਆਵਾਜ਼ ਆਉਂਦੀ ਹੈ, ਲੁਬਰੀਕੇਸ਼ਨ ਘਟ ਗਈ, ਜਿਹਨੂੰ ਕਹਿੰਦੇ ਹਾਂ। ਗਰੀਸ ਖਤਮ ਹੋ ਜਾਂਦੀ ਹੈ। ਹਾਂ। ਆਪਾਂ ਇੱਕ ਨੈਚੁਰਲ ਤਰੀਕੇ ਦੇ ਨਾਲ ਗਰੀਸ ਭਰਦੇ ਆ ਵਿੱਚ, ਅੱਛਾ। ਠੀਕ ਹੈ, ਜਿਹਦੇ ਨਾਲ ਮਰੀਜ਼ ਦੇ ਗੋਡੇ ਦੇ ਵਿੱਚੋਂ ਕੜਕੜ ਦੀ ਆਵਾਜ਼ ਖਤਮ ਹੋ ਜਾਂਦੀ ਹੈ, ਹਾਂ। ਤੇ ਮਰੀਜ਼ ਦਰਦ ਤੋਂ ਵੀ ਰਾਹਤ ਫੀਲ ਕਰਦਾ ਹੈ। ਕਿਉਂਕਿ ਇਹ ਇੱਕ ਆਇਲ ਜਿਹੜਾ ਹੈਗਾ ਹੈ, ਮੈਡੀਕੇਟਿਡ ਆਇਲ ਹੈ, ਨਾਰਮਲ ਆਇਲ ਨਹੀਂ ਹੈਗਾ ਇਹ, ਹਾਂ। ਮੈਡੀਕੇਟਿਡ ਆਇਲ ਹੈ, ਜਿਹੜੀ ਜੜੀ ਬੂਟੀਆਂ ਨਾਲ ਤਿਆਰ ਕੀਤਾ ਹੋਇਆ ਹੈ। ਹਾਂ। ਤੇ ਉਹੀ ਜੜੀ ਬੂਟੀਆਂ ਨਾਲ ਤਿਆਰ ਕੀਤਾ ਹੋਇਆ ਤੇਲ ਮਰੀਜ਼ ਨੂੰ ਗੋਡੇ ਦੀ ਦਰਦ ਤੋਂ ਰਾਹਤ ਦਿੰਦਾ ਹੈ। ਅੱਛਾ, ਇਹ ਕੰਮ ਕਿਵੇਂ ਕਰਦਾ ਹੈ? ਜੇਕਰ ਟੈਕਨੀਕਲੀ ਤਰੀਕੇ ਦੇ ਨਾਲ ਸਮਝੀਏ ਕਿ ਇਹ ਆਇਲ ਤਾਂ ਤੁਸੀਂ ਪਾਤਾ, ਅੰਦਰ ਜਾ ਕੇ ਇਹ ਅਸਰ ਕਿਵੇਂ ਕਰਦਾ ਹੈ? ਨਸਾਂ ਦੇ ਉੱਪਰ ਅਸਰ ਕਰਦਾ, ਕਿਵੇਂ ਕੀ ਕਰਦਾ ਇਹ? ਦੇਖੋ ਜੀ, ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਇੰਟੀਫਿਕਲੀ ਜੋੜਾਂ ਦੀ ਦਰਦਾਂ ਕਿਉਂ ਹੁੰਦੀਆਂ। ਹਾਂ। ਜੋੜਾਂ ਦੀ ਦਰਦਾਂ ਦਾ ਹੋਣ ਦਾ ਮੇਨ ਕਾਰਨ ਹੈ ਆਯੁਰਵੈਦਿਕ ਦੋਸ਼ਾਂ ਦੇ ਵਿੱਚ ਸਾਡੇ 3 ਦੋਸ਼ ਨੇ, ਵਾਤ, ਪਿੱਤ, ਕਫ। ਹਾਂ। ਜਦੋਂ ਸਾਡਾ ਵਾਤ ਦੋਸ਼ ਦੂਸ਼ਿਤ ਹੋ ਜਾਂਦਾ ਹੈ, ਵਾਤ ਦੋਸ਼ ਵੱਧ ਜਾਂਦਾ ਸਾਡੇ ਬਾਡੀ ਦੇ ਵਿੱਚ, ਉਹਦੇ ਨਾਲ ਖੁਸ਼ਕੀ ਹੋ ਜਾਂਦੀ ਸਾਡੇ ਸਰੀਰ ਦੇ ਵਿੱਚ। ਤੁਸੀਂ ਨਾਰਮਲੀ ਦੇਖਦੇ ਹੋ ਗੋਡੇ 'ਚ ਕੜਕੜ ਦੀ ਆਵਾਜ਼ ਆਉਂਦੀ ਹੈ, ਸਾਡੀ ਪਿੱਠ ਸੁੱਕੜ ਜਾਂਦੀ ਹੈ, ਸਟਿਫਨੈਸ ਜਿਹਨੂੰ ਆਪਾਂ ਕਹਿੰਦੇ ਆ ਕਿ ਸਟਿਫਨੈਸ ਹੋ ਗਈ ਹੈ ਜੀ, ਮਸਲ ਸਟਿਫ ਹੋ ਗਏ ਨੇ ਸਾਡੇ ਸਾਰੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਵਾਤ ਦੋਸ਼ ਵੱਧ ਜਾਂਦਾ ਹੈ। ਵਾਤ ਦੋਸ਼ ਖੁਸ਼ਕੀ ਦਾ ਪ੍ਰਤੀਕ ਹੈ। ਜਦੋਂ ਜੋੜਾਂ ਦੇ ਵਿੱਚ ਖੁਸ਼ਕੀ ਵਧੇਗੀ ਤਾਂ ਨੈਚੁਰਲੀ ਪੇਨ ਹੋਣਗੀਆਂ। ਜਿਹੜਾ ਆਇਲ ਆ ਉਹ ਕੰਮ ਕਿੱਦਾਂ ਕਰਦਾ, ਜਿਹੜਾ ਤੁਹਾਡਾ ਕੁਐਸਚਨ ਹੈ, ਉਹ ਆਇਲ ਇਸ ਤਰੀਕੇ ਨਾਲ ਕੰਮ ਕਰਦਾ ਕਿ ਸਾਡੇ ਜਿਹੜਾ ਗੋਡਾ ਆ ਜਾਂ ਸਾਡੀ ਜਿਹੜੀ ਸਕਿਨ ਹੈਗੀ ਆ, ਸਕਿਨ ਦੇ ਵਿੱਚ ਪੋਰਸ ਹੁੰਦੇ ਨੇ ਜਿਹੜੇ 'ਚ ਪਸੀਨਾ ਆਉਂਦਾ ਹੈ, ਠੀਕ ਹੈ, ਤਾਂ ਆਪਾਂ ਆਇਲ ਉਹਦੇ ਤੇ ਟਿਕਾ ਕੇ ਉਹਨੂੰ ਟਕੋਰ ਦਿੰਦੇ ਆ ਇੱਕ ਤਰ੍ਹਾਂ ਦਾ। ਠੀਕ ਹੈ। ਜਦੋਂ ਟਕੋਰ ਮਿਲਦਾ ਹੈ ਤਾਂ ਉਹ ਪੋਰਸ ਓਪਨ ਹੁੰਦੇ ਨੇ ਸਾਡੇ। ਜਦੋਂ ਪੋਰਸ ਓਪਨ ਹੋ ਗਏ ਤਾਂ ਜਿਹੜਾ ਆਇਲ ਦਾ ਐਬਜ਼ੌਰਪਸ਼ਨ ਹੈ ਉਹ ਅੰਦਰ ਤੱਕ ਜਾਂਦਾ ਹੈ ਗੋਡੇ ਦੇ, ਠੀਕ ਹੈ। ਜਿਹਦੇ ਨਾਲ ਉਹ ਗੋਡੇ ਨੂੰ ਲੁਬਰੀਕੇਸ਼ਨ ਪ੍ਰੋਵਾਈਡ ਕਰਦਾ ਹੈ, ਸਟਿਫਨੈਸ ਨੂੰ ਖਤਮ ਕਰਦਾ ਹੈ, ਤੇ ਮਰੀਜ਼ ਦੀ ਦਰਦ ਉਹਦੇ ਨਾਲ ਘਟ ਜਾਂਦੀ ਹੈ, ਖਤਮ ਵੀ ਹੋ ਜਾਂਦੀ ਕਈ ਮਰੀਜ਼ਾਂ ਦੀ। ਇਹ ਡਿਪੈਂਡ ਕਰਦਾ ਸਟੇਜ ਦੇ ਉੱਤੇ ਕਿ ਗੋਡੇ ਦੀ ਸਟੇਜ ਕਿਹੜੀ ਚੱਲਦੀ ਪਈ ਹੈ। ਅੱਛਾ, ਇਹ ਜਿਵੇਂ ਤੁਸੀਂ ਸਟੇਜ ਦੀ ਗੱਲ ਕੀਤੀ ਹੈ, ਤਾਂ ਗੋਡਿਆਂ ਦੇ ਵਿੱਚ ਵੀ ਮਰੀਜ਼ਾਂ ਨੂੰ ਵੱਖਰੀ ਵੱਖਰੀ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਹੈ, ਉਹ ਫਿਰ ਸਾਰਿਆਂ ਦੇ ਲਈ ਇਹ ਥੈਰੇਪੀ ਬੈਨੀਫਿਟ ਹੈ? ਜਿਹੜੇ ਤਾਂ ਚੌਥੀ ਸਟੇਜ ਦੇ ਮਰੀਜ਼ ਨੇ, ਜਿਨ੍ਹਾਂ ਨੂੰ ਆਲਮੋਸਟ ਗੋਡੇ ਜੋੜੀ ਹੀ ਚੁੱਕੇ ਨੇ, ਉਹਨਾਂ ਵਿੱਚ ਤਾਂ ਇਹ ਥੈਰੇਪੀ ਇੰਨੀ ਜ਼ਿਆਦਾ ਕਾਮਯਾਬ ਨਹੀਂ ਹੈ। ਲੇਕਿਨ ਜੇ ਮਰੀਜ਼ ਅਵੇਅਰ ਹੈ, ਆਪਣੇ ਹੈਲਥ ਦੇ ਲਈ ਅਵੇਅਰ ਹੈ, ਉਹਨੂੰ ਪਤਾ ਹੈ ਕਿ ਮੇਰੀ ਹੁਣ ਕੜਕੜ ਦੀ ਵਜ੍ਹਾ ਸ਼ੁਰੂ ਹੋ ਗਈ ਹੈ, ਕਿਉਂਕਿ ਪਹਿਲੇ ਹੀ ਇੰਡੀਕੇਸ਼ਨ ਮਿਲ ਜਾਂਦੀ ਹੈ ਸਾਰੀ। ਜੇ ਤਾਂ ਉਹ ਅਵੇਅਰ ਹੋ ਕੇ ਸਾਡੇ ਕੋਲ ਪਹਿਲੇ ਹੀ ਆ ਜਾਵੇ ਤਾਂ ਆਪਾਂ ਉਹਦੀ ਆਹ ਟ੍ਰੀਟਮੈਂਟ ਦੇ ਕੇ, ਕੁਝ ਮੈਡੀਸਿਨ ਸਾਡੀ ਆਯੁਰਵੈਦਿਕ ਹੈਗੀਆਂ ਜਿਹੜੀਆਂ ਕਾਰਟਿਲੇਜ ਨੂੰ ਸਟਰੋਂਗ ਕਰਦੀ ਹੈ, ਲਿਗਾਮੈਂਟ ਨੂੰ ਸਟਰੋਂਗ ਕਰਦੀ ਹੈ, ਤੇ ਉਹਨਾਂ ਦੇ ਨਾਲ ਉਹ ਚੀਜ਼ ਜਿਹੜੀ ਹੈਗੀ ਹੈ, ਉਸ ਚੀਜ਼ ਤੋਂ ਆਪਾਂ ਉਹਨੂੰ ਉਸ ਚੌਥੀ ਸਟੇਜ ਤੇ ਪਹੁੰਚਣ ਨਾਲੋਂ ਪਹਿਲੇ ਹੀ ਬਚਾ ਲਾਂਗੇ, ਜਿਹਦੇ ਨਾਲ ਮਰੀਜ਼ ਨੂੰ ਨੀ ਰਿਪਲੇਸਮੈਂਟ ਦੀ ਲੋੜ ਹੀ ਨਾ ਪਵੇ। ਠੀਕ ਹੈ। ਤੇ ਇਹ ਆਯੁਰਵੈਦਿਕ ਥੈਰੇਪੀ ਜਿਹੜੀ ਸਾਡੀ ਜਾਨੋਬਸਤੀ ਥੈਰੇਪੀ ਹੈ ਪੰਚਕਰਮਾ ਦੀ, ਇਹ ਇੱਕ ਰਾਮਬਣ ਥੈਰੇਪੀ ਹੈ ਮਰੀਜ਼ਾਂ ਨੂੰ ਗੋਡਿਆਂ ਦੀ ਤਕਲੀਫ ਤੋਂ ਬਚਾਉਣ ਦੇ ਲਈ। ਤੇ ਜੇ ਮਰੀਜ਼ ਸਾਡੇ ਕੋਲ ਆ ਕੇ ਕਰਵਾ ਜੇ ਆਹ, ਤਾਂ ਬਹੁਤ ਹੀ ਅੱਛੇ ਐਕਸੀਲੈਂਟ ਰਿਜ਼ਲਟਸ ਨੇ ਇਹਦੇ। ਅੱਛਾ ਡਾਕਟਰ ਸਾਹਿਬ, ਬੜੇ ਸਾਰੇ ਮਰੀਜ਼ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਮੈਡੀਕਲੀ ਭਾਸ਼ਾ ਦੇ ਵਿੱਚ ਕਹਿ ਦਿੱਤਾ ਕਿ ਇਹ ਗੋਡੇ ਬਦਲਾਉਣ ਦੀ ਲੋੜ ਹੈਗੀ ਹੈ। ਗੋਡੇ ਬਦਲਾਉਣ ਦੀ ਨੌਬਤ ਕਿਉਂ ਆਉਂਦੀ ਹੈ, ਤੇ ਜਿਹੜੇ ਲੋਕਾਂ ਨੂੰ ਇਹ ਗੱਲ ਕਹਿ ਦਿੱਤੀ ਹੋਈ ਹੈ ਕਿ ਉਹਨਾਂ ਦਾ ਵੀ ਥੈਰੇਪੀ ਦੇ ਨਾਲ ਇਲਾਜ ਹੈ? ਦੇਖੋ ਜੀ, ਗੋਡੇ ਬਦਲਾਉਣ ਦੀ ਨੌਬਤ ਤਾਂ ਮਰੀਜ਼ ਆਪ ਲੈ ਕੇ ਆਉਂਦਾ ਹੈ। ਮੇਰਾ ਜੋ ਅੱਜ ਕੱਲ੍ਹ ਮੈਂ ਆਪਣੇ ਜੋ ਪੇਸ਼ੈਂਟਸ ਦੇਖ ਰਿਹਾ ਜੁਆਇੰਟਸ ਦੇ, ਉਹਦੇ ਵਿੱਚ ਇੱਕ ਤਾਂ ਪਹਿਲੇ ਨੰਬਰ ਤੇ ਉਹਨਾਂ ਦਾ ਖਾਣ ਪੀਣ ਨਹੀਂ ਸਹੀ, ਦੂਜੇ ਨੰਬਰ ਤੇ ਉਹਨਾਂ ਦਾ weight ਓਵਰਵੇਟ ਹੋ ਗਿਆ ਹੈ, ਉਹ ਮੋਟਾਪਾ ਜਿਹਨੂੰ ਕਹਿ ਦਿੰਦੇ ਆ। ਹੁਣ ਸਰੀਰ ਦਾ ਪੂਰਾ ਭਾਰ ਗੋਡਿਆਂ ਦੇ ਉਹਨੇ ਹੀ ਚੱਕਣਾ ਹੈ, ਤੇ ਖਾਣ ਪੀਣ ਜੇ ਮਰੀਜ਼ ਦਾ ਸਹੀ ਹੋ ਜਾਏ, ਭਾਰ ਮਰੀਜ਼ ਦਾ ਘਟ ਜਾਵੇ, ਤਾਂ ਉਹਨਾਂ ਨੂੰ ਇਹਨਾਂ ਥੈਰੇਪੀਆਂ ਦੀ ਲੋੜ ਵੀ ਨਹੀਂ ਪੈ ਸਕਦੀ। ਠੀਕ ਹੈ, ਉਹ ਬਚ ਸਕਦੇ ਨੇ ਗੋਡਿਆਂ ਦੀ ਦਿੱਕਤ ਤੋਂ ਆਪਣੀ। ਲੇਕਿਨ ਉਹਦੇ ਲਈ ਉਹਨਾਂ ਨੂੰ ਅਵੇਅਰਨੈਸ ਚਾਹੀਦੀ ਹੈ, ਉਹਨਾਂ ਨੂੰ ਡਾਈਟ ਚਾਰਟ ਚਾਹੀਦਾ ਆ ਕਿ ਤੁਹਾਡੇ ਦੋਸ਼ਾਂ ਦੇ ਅਕੋਰਡਿੰਗ ਤੁਹਾਨੂੰ ਡਾਈਟ ਕਿਹੜੀ ਚਲਾਣੀ ਚਾਹੀਦੀ ਹੈ। ਜੇ ਤੁਹਾਡਾ ਆਲਰੇਡੀ ਵਾਤ ਦੋਸ਼ ਵਧਿਆ ਹੈ, ਤੁਸੀਂ ਉੜਦ ਦੀ ਦਾਲ ਦਾ ਆਟਾ ਰੋਟੀ ਖਾਓਗੇ, ਜਾਂ ਤੁਸੀਂ ਹੋਰ ਬਾਸੀ ਰੋਟੀਆਂ ਖਾਓਗੇ, ਜਾਂ ਜ਼ਿਆਦਾ ਛਿਲਕੇ ਵਾਲੀ ਦਾਲਾਂ ਦਾ ਸੇਵਨ ਕਰੋਗੇ, ਉਹ ਤੁਹਾਡੀ ਨੈਚੁਰਲੀ ਵਾਤ ਦੋਸ਼ ਜ਼ਿਆਦਾ ਵਧਾਉਣਗੇ ਬਾਡੀ ਦੇ ਵਿੱਚ। ਉਹਦੇ ਨਾਲ ਤੁਹਾਨੂੰ ਤਕਲੀਫ ਘਟਣੀ ਨਹੀਂ, ਵਧਣੀ ਹੈ। ਸੋ ਆਯੁਰਵੈਦਿਕ ਤਰੀਕੇ ਨਾਲ ਡਾਈਟ ਕੰਟਰੋਲ ਕਰੋ, ਆਪਣੀ ਐਕਸਰਸਾਈਜ਼ ਕਰਿਆ ਕਰੋ ਡੇਲੀ ਗੋਡਿਆਂ ਦੀ, ਤੁਹਾਨੂੰ ਇਸ ਥੈਰੇਪੀ ਦੀ ਲੋੜ ਘੱਟ ਪਏਗੀ। ਜੇ ਨਹੀਂ, ਜੇ ਤੁਹਾਨੂੰ ਬਿਜ਼ੀ ਸ਼ਡਿਊਲ ਹੈ, ਤੁਹਾਡਾ ਲਾਈਫ ਸਟਾਈਲ ਚੇਂਜ ਹੋ ਚੁੱਕਾ ਹੈ ਸਾਰਾ, ਨਹੀਂ ਤੁਹਾਡੇ ਕੋਲ ਟਾਈਮ ਹੈਗਾ, ਤਾਂ ਤੁਹਾਨੂੰ ਨੈਚੁਰਲੀ ਇਹਨਾਂ ਚੀਜ਼ਾਂ ਦੀ ਲੋੜ ਪਏਗੀ ਆਉਣ ਵਾਲੇ ਟਾਈਮ 'ਚ। ਅੱਛਾ ਡਾਕਟਰ ਸਾਹਿਬ, ਇਹ ਤਾਂ ਗੋਡਿਆਂ ਦੇ ਦਰਦ ਦਾ ਇਲਾਜ ਹੋ ਗਿਆ। ਜਿਨ੍ਹਾਂ ਦੀ ਬੈਕ ਦੇ ਵਿੱਚ ਪੇਨ ਰਹਿੰਦੀ ਹੈ ਜਾਂ ਸਰਵਾਈਕਲ ਹੈਗਾ ਉਹਨਾਂ ਦੇ ਲਈ ਕਿਹੜੀ ਥੈਰੇਪੀ ਹੈਗੀ ਹੈ? ਦੇਖੋ ਜੀ, ਜਿੱਦਾਂ ਜਾਨੋਬਸਤੀ ਥੈਰੇਪੀ ਹੈ, ਉੱਦਾਂ ਹੀ ਸਾਡੇ ਸਰਵਾਈਕਲ ਦੇ ਲਈ ਗਰੀਵਾ ਬਸਤੀ ਹੈ, ਲੋਅਰ ਬੈਕ ਪੇਨ ਲਈ ਕਟੀ ਬਸਤੀ ਥੈਰੇਪੀ ਹੈ। ਜਿੱਦਾਂ ਆਪਾਂ ਕਵਰਿੰਗ ਇਦਾਂ ਕੀਤੀ ਹੋਈ ਹੈ ਜੁਆਇੰਟਸ ਦੇ ਵਿੱਚ, ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਕਵਰਿੰਗ ਕੀਤੀ, ਉੱਦਾਂ ਹੀ ਸਾਡੇ ਲੋਅਰ ਬੈਕ ਤੇ ਆਪਾਂ ਕਵਰਿੰਗ ਕਰਕੇ ਸੇਮ ਤਰੀਕੇ ਦਾ ਪ੍ਰੋਸੈਸ ਹੈਗਾ।
ਆਇਲ ਨੂੰ ਉਹਦੇ ਤੇ ਟਿਕਾਉਂਦੇ ਆ ਆਪਾਂ, ਉਦਾਂ ਹੀ ਸਰਵਾਈਕਲ ਦੇ ਵਿੱਚ ਵੀ ਉਹਨੂੰ ਕਵਰਿੰਗ ਕਰਕੇ ਆਇਲ ਟਿਕਾਉਂਦੇ ਆ ਉਹਦੇ ਤੇ ਆਪਾਂ, ਠੀਕ ਹੈ। ਉਹ ਜਿਹੜਾ ਪ੍ਰੋਸੈਸ ਹੈਗਾ 40 ਤੋਂ 45 ਮਿੰਟ ਦਾ ਹੁੰਦਾ ਹੈ। ਉਹਦੇ 'ਚ ਆਪਾਂ ਡੇਲੀ ਪੇਸ਼ੈਂਟ ਨੂੰ ਬੁਲਾ ਕੇ ਨਰਿਸ਼ਮੈਂਟ ਪ੍ਰੋਵਾਈਡ ਕਰਦੇ ਹਾਂ, ਜਿਹਦੇ ਨਾਲ ਪੇਸ਼ੈਂਟ ਦੀ ਜਿਹੜੀ ਪੇਨ ਹੈ ਨੈਚੁਰਲੀ ਠੀਕ ਹੁੰਦੀ ਹੈ। ਬਟ ਮੇਰਾ ਇੱਕ ਇਹ ਮਰੀਜ਼ਾਂ ਨੂੰ ਆਪਾਂ ਇਹ ਵੀ ਮਾਰਗਦਰਸ਼ਨ ਦਿੰਦੇ ਆ ਨਾਲ ਦੀ ਨਾਲ ਕਿ ਇਹ ਥੈਰੇਪੀ ਤਾਂ ਇੱਕ ਐਡੀਸ਼ਨਲ ਥੈਰੇਪੀ ਹੈ, ਇਹਦੇ ਨਾਲ ਆਪਾਂ ਮੈਡੀਸਿਨ ਸਟਾਰਟ ਕਰਦੇ ਆ, ਥੈਰੇਪੀਜ਼ ਦਿੰਦੇ ਆ, ਲੇਕਿਨ ਡਾਈਟ ਦਾ ਬਹੁਤ ਇੰਪੋਰਟੈਂਟ ਰੋਲ ਹੈ। ਜੇ ਮਰੀਜ਼ ਡਾਈਟ ਵੀ ਆਪਣੀ ਨਾਲ ਕੰਟਰੋਲ ਕਰੇਗਾ ਤਾਂ ਉਹਨਾਂ ਨੂੰ ਡੈਫੀਨੇਟਲੀ 100% ਗਰੰਟਿਡ ਰਿਜ਼ਲਟ ਮਿਲਦੇ ਨੇ ਇਹਦੇ ਵਿੱਚ। ਜਿਹੜਾ ਆਪਾਂ ਸ਼ਰਤੀਆ ਇਲਾਜ ਕਹਿੰਦੇ ਆ, ਆਪਾਂ ਸ਼ਰਤੀਆ ਇਲਾਜ ਕਰਦੇ ਆ, ਉਹ ਗਰੰਟਿਡ ਰਿਜ਼ਲਟ ਮਿਲਦੇ ਜੇ ਡਾਈਟ ਵੀ ਮਰੀਜ਼ ਕੰਟਰੋਲ ਕਰੇ, ਕਿਉਂਕਿ ਜੇ ਮਰੀਜ਼ ਨੇ ਡਾਈਟ ਕੰਟਰੋਲ ਨਹੀਂ ਕੀਤੀ ਤਾਂ ਉਹ ਰਿਜ਼ਲਟ ਜਿਹੜਾ ਨਾ 50% ਡ੍ਰੌਪ ਹੋ ਜਾਂਦਾ। ਤੇ ਸੋ ਮਰੀਜ਼ ਨੂੰ ਅਗਰ 100% ਰਿਜ਼ਲਟ ਚਾਹੀਦਾ, ਡਾਈਟ ਕੰਟਰੋਲ ਕਰੋ, ਆਯੁਰਵੈਦਿਕ ਮੈਡੀਸਿਨ ਅਪਣਾਓ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਸਰੀਰ ਦੇ ਵਿੱਚ, ਤੇ ਤੀਜੇ ਨੰਬਰ ਤੇ ਸਾਡੀਆਂ ਥੈਰੇਪੀਜ਼ ਲਓ ਜਿਹਦੇ ਨਾਲ ਮਰੀਜ਼ ਨੂੰ ਬਹੁਤ ਜ਼ਿਆਦਾ ਐਕਸੀਲੈਂਟ ਰਿਜ਼ਲਟਸ ਮਿਲਦੇ। ਡਾਕਟਰ ਸਾਹਿਬ ਕਿੰਨੇ ਦਿਨ ਕਰਾਉਣੀ ਪੈਂਦੀ ਹੈ ਥੈਰੇਪੀ ਫਿਰ? ਇਹ ਡਿਪੈਂਡ ਕਰਦਾ ਪੇਸ਼ੈਂਟ ਦੀ ਪ੍ਰੋਬਲਮ ਦੇ ਉੱਤੇ। ਜੇ ਪੇਸ਼ੈਂਟ ਬਹੁਤ ਜ਼ਿਆਦਾ ਕ੍ਰੋਨਿਕ ਹੈ ਉਹਨੂੰ 10 ਤੋਂ 15 ਦਿਨ ਵੀ ਲੱਗਦੇ ਨੇ। ਜੇ ਪੇਸ਼ੈਂਟ ਅਕਿਊਟ ਵਾਲਾ ਹੈ ਉਹਨੂੰ ਹਫਤਾ ਵੀ ਲੱਗ ਸਕਦਾ ਹੈ। ਹਫਤੇ ਬਾਅਦ ਆਪਾਂ ਇੰਟਰਵਲ ਘਟਾ ਦਿੰਦੇ ਆ, ਜਿੱਦਾਂ ਹਫਤੇ 'ਚ 2 ਦਿਨ ਬੁਲਾ ਲੈਂਦੇ ਆ, ਹਫਤੇ 'ਚ 1 ਦਿਨ ਬੁਲਾ ਲੈਂਦੇ ਆ, ਇਸ ਤਰੀਕੇ ਨਾਲ ਇੰਟਰਵਲ ਘਟਾ ਕੇ ਪੇਸ਼ੈਂਟ ਦੀ ਕੰਡੀਸ਼ਨ ਦੇ ਅਕੋਰਡਿੰਗ ਪੇਸ਼ੈਂਟ ਸਾਨੂੰ ਆਪ ਦੱਸਦਾ ਹੈ ਕਿ ਮੈਨੂੰ ਕਾਫੀ ਫਰਕ ਹੈਗਾ। ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਪੇਸ਼ੈਂਟ ਹੈਗੇ ਨੇ ਇਸ ਵੇਲੇ, ਇਹਨਾਂ ਨੂੰ 10 ਦਿਨ ਹੋ ਗਏ ਰੈਗੂਲਰ ਥੈਰੇਪੀ ਕਰਵਾਉਂਦੇ ਨੂੰ, ਤੇ 10 ਦਿਨ ਇਹਨਾਂ ਦੀ ਪ੍ਰੋਬਲਮ ਇੰਨੀ ਸੀ, ਇਹਨਾਂ ਤੋਂ ਤੁਰ ਫਿਰ ਨਹੀਂ ਹੁੰਦਾ ਸੀ ਪ੍ਰੋਪਰ ਤਰੀਕੇ ਨਾਲ। ਅੱਛਾ, ਆਪਾਂ ਇਹਨਾਂ ਨਾਲ ਹੀ ਗੱਲਬਾਤ ਕਰ ਲੈਂਦੇ ਆ। ਜੀ ਸਮੱਸਿਆ ਕੀ ਸੀਗੀ ਤੁਹਾਨੂੰ? ਜਿਵੇਂ ਦੱਸਿਆ ਕਿ 10 ਦਿਨ ਹੋ ਗਏ ਥੈਰੇਪੀ ਤੁਸੀਂ ਕਰਾ ਰਹੇ ਹੋ, ਦਿੱਕਤ ਕੀ ਆ ਰਹੀ ਸੀ ਤੁਹਾਨੂੰ? ਦਿੱਕਤ ਮੈਨੂੰ ਪ੍ਰੋਬਲਮ ਸੀ ਗੋਡਿਆਂ ਦੀ। ਠੀਕ ਹੈ। ਗੋਡੇ ਤੋਂ ਤੁਰ ਨਹੀਂ ਸੀ ਹੋ ਸਕਦਾ, ਤੇ ਇੱਕ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ। ਅੱਛਾ। ਮੈਂ ਬਹੁਤ ਇਲਾਜ ਕਰਾਇਆ, ਮੈਡੀਸਨ ਬਹੁਤ ਲਈਆਂ, ਪਰ ਮੈਨੂੰ ਕਿਤੇ ਨਹੀਂ ਆਰਾਮ ਆਇਆ। ਤੇ ਮੁੜ ਕੇ ਮੈਨੂੰ ਇਹਨਾਂ ਦਾ ਪਤਾ ਲੱਗਾ, ਮੈਂ ਇੱਥੇ ਆਈ ਤੇ ਮੈਨੂੰ ਕਾਫੀ ਹੱਦ ਤੱਕ ਫਾਇਦਾ ਹੈ। ਮੇਰੀਆਂ ਦਵਾਈਆਂ ਵੀ ਸੁੱਟ ਗਈਆਂ ਆ ਅੱਗੇ ਨਾਲੋਂ ਕਾਫੀ ਜ਼ਿਆਦਾ, ਤੇ ਮੈਨੂੰ ਬਹੁਤ ਆਰਾਮ ਆ। 10 ਦਿਨ ਦੇ ਵਿੱਚ ਤੁਸੀਂ ਕਿੰਨਾ ਕੁ ਮਹਿਸੂਸ ਕਰਦੇ ਹੋ? ਮੈਂ ਕਾਫੀ ਮਹਿਸੂਸ ਕਰਦੀ ਹਾਂ, ਜਿੱਦਾਂ ਲੈ ਲਓ ਵੀ ਮਤਲਬ ਰੁਪਈਏ 'ਚ 80% ਮੈਂ ਠੀਕ ਆ। ਅੱਛਾ। ਹਾਂਜੀ। ਤੇ ਬਹੁਤ ਪ੍ਰੋਬਲਮ ਸੀ ਮੈਨੂੰ, ਤੇ ਮੈਂ ਬਿਲਕੁਲ ਠੀਕ ਆ ਹੁਣ। ਹੋਰ ਜੇ ਕਿਸੇ ਪੇਸ਼ੈਂਟ ਦੇ ਵੀ ਗੋਡੇ ਦੁਖਦੇ ਇੱਥੇ ਆ ਕੇ ਇਲਾਜ ਕਰਾਉਣ, ਆਰਾਮ ਮਿਲ ਜੂਗਾ ਉਹਨਾਂ ਨੂੰ। ਇਹ ਫਿਰ ਰੋਜ਼ ਕਰਵਾਉਣ ਆਉਂਦੇ ਹੋ ਤੁਸੀਂ ਥੈਰੇਪੀ? ਹਾਂਜੀ, ਰੋਜ਼ ਕਰਾਉਣ ਆਉਂਦੇ। ਹੁਣ ਜਿੱਦਾਂ ਇਹਨਾਂ ਨੇ ਮੇਰੀ ਘਟਾਤੀ ਆ ਥੈਰੇਪੀ, ਹੁਣ ਹਫਤੇ 'ਚ ਇੱਕ ਅੱਧੀ ਵਾਰੀ ਆਉਂਦੀ ਆ ਮੈਂ। ਅੱਛਾ, ਠੀਕ ਹੈ। ਹਾਂਜੀ, ਹੁਣ ਮੈਂ ਕਾਫੀ ਹੱਦ ਤੱਕ ਠੀਕ ਆ। ਡਾਕਟਰ ਸਾਹਿਬ ਇਹ ਥੈਰੇਪੀ ਤਾਂ ਫਿਰ ਜਿਵੇਂ ਪੇਸ਼ੈਂਟ ਕਹਿ ਰਹੇ ਨੇ ਕਿ ਹੈਗੀ ਕਾਮਯਾਬ, ਇਹਦੇ 'ਚ ਜਿਹੜਾ ਤੁਸੀਂ ਇਹ ਆਇਲ ਪਾਇਆ ਹੋਇਆ ਕਿੰਨੀ ਜੜੀਆਂ ਬੂਟੀਆਂ ਦੇ ਨਾਲ ਤਿਆਰ ਕੀਤਾ ਇਹ ਸਾਡੇ ਕੋਲ ਨਾ ਕਈ ਤਰ੍ਹਾਂ ਦੇ ਆਇਲ ਨੇ ਮਨਪ੍ਰੀਤ ਜੀ। ਸਾਡੇ ਕੋਲ ਜਿਹੜਾ ਆਇਲ ਹੈਗਾ ਆ ਇਹ ਕਮ ਸੇ ਕਮ 8 ਤੋਂ 10 ਜੜੀ ਬੂਟੀਆਂ ਦੇ ਨਾਲ ਬਣਿਆ ਹੋਇਆ। ਠੀਕ ਹੈ। ਇਹਦੇ 'ਚ ਅਲੱਗ-ਅਲੱਗ ਤਰ੍ਹਾਂ ਦੇ ਤੇਲ ਮਿਕਸ ਕੀਤੇ ਹੋਏ ਨੇ ਤੇ ਜੜੀ ਬੂਟੀਆਂ ਦਾ ਐਕਸਟ੍ਰੈਕਟ ਮਿਕਸ ਕੀਤਾ ਹੋਇਆ, ਜਿਹੜੇ ਪੇਸ਼ੈਂਟ ਦੀ ਪੇਨ ਦੇ ਅਕੋਰਡਿੰਗ ਆਪਾਂ ਡਿਸਾਈਡ ਕਰਦੇ ਹਾਂ ਕਿ ਉਹਨੂੰ ਕਿਹੜੇ ਤੇਲ ਦੀ ਲੋੜ ਹੈ। ਹੁਣ ਜਿੱਦਾਂ ਇਹ ਮਾਤਾ ਜੀ ਨੂੰ ਦਰਦਾਂ ਸੀਗੀਆਂ ਗੋਡੇ ਦੀਆਂ, ਇਹਦੇ ਵਿੱਚ ਸਾਡੇ ਦਰਦ ਲਈ ਆ ਸਪੈਸ਼ਲ ਆਇਲ ਹੈਗਾ। ਜਿੱਦਾਂ ਪੇਸ਼ੈਂਟ ਕਹਿ ਰਿਹਾ ਜੀ ਮੈਨੂੰ ਨਰਿਸ਼ਮੈਂਟ ਚਾਹੀਦੀ ਹੈ ਗੋਡਿਆਂ ਦੇ ਵਿੱਚ, ਠੀਕ ਹੈ, ਜਾਂ ਬੈਕ ਦੇ ਵਿੱਚ ਨਰਿਸ਼ਮੈਂਟ ਘਟ ਗਈ ਹੈ, ਨਰਿਸ਼ਮੈਂਟ ਚਾਹੀਦੀ, ਜਿੱਦਾਂ ਜਿਮ ਵਾਲੇ ਮੁੰਡੇ ਆਉਂਦੇ ਨੇ, ਠੀਕ ਹੈ, ਉਹਨਾਂ ਦੀ ਬੈਕ ਸਟਿਫ ਹੋ ਗਈ ਹੁੰਦੀ ਹੈ, ਉਹ ਚਾਹੁੰਦੇ ਨੇ ਕਿ ਸਾਡੀ ਬੋਡੀ ਹੋਰ ਥੋੜਾ ਫੁੱਲੇ ਤੇ ਆਪਾਂ ਨਰਿਸ਼ਮੈਂਟ ਲਈਏ, ਉਹਦੇ ਲਈ ਸਾਡੇ ਕੋਲ ਨਰਿਸ਼ਮੈਂਟ ਲਈ ਅਲੱਗ ਆਇਲ ਹੈ। ਠੀਕ ਹੈ। ਲਿਗਾਮੈਂਟ ਦੇ ਲਈ ਅਲੱਗ ਆਇਲ ਹੈ, ਲਿਗਾਮੈਂਟ ਕਈਆਂ ਦੇ ਝਿੱਲੀ ਫਟ ਜਾਂਦੀ ਹੈ, ਵੀਕ ਹੋ ਜਾਂਦੀ ਹੈ, ਉਹਨਾਂ ਲਈ ਅਲੱਗ ਤਰ੍ਹਾਂ ਦੇ ਆਇਲ ਹੈ। ਇਹ ਸਾਰੇ ਕੇਰਲਾ ਦੇ ਤੇਲ ਨੇ ਜੀ। ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਸਪੈਸ਼ਲਿਟੀ ਹੈ ਜਿਹੜੇ ਆਪਾਂ ਡਿਸਾਈਡ ਕਰਦੇ ਹਾਂ ਪੇਸ਼ੈਂਟ ਦੇਖ ਕੇ ਕਿ ਉਹਨੂੰ ਕਿਹੜੇ ਤੇਲ ਦੇ ਨਾਲ ਆਪਾਂ ਥੈਰੇਪੀ ਦੇਣੀ ਹੈ। ਅੱਛਾ ਡਾਕਟਰ ਸਾਹਿਬ, ਇੱਕ ਜਿੱਥੇ ਜੋੜਾਂ ਦੀ ਦਰਦ ਦੀ ਤਕਲੀਫ ਤਾਂ ਹੈ, ਥਾਇਰਾਇਡ ਦੀ ਬਹੁਤ ਸਮੱਸਿਆ ਹੈ, ਜ਼ਿਆਦਾਤਰ ਮਹਿਲਾਵਾਂ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਨੇ, ਉਹਨਾਂ ਦਾ ਆਯੁਰਵੈਦਿਕ ਦੇ ਵਿੱਚ ਕਿਵੇਂ ਇਲਾਜ ਕਰਨੇ ਹੋ ਤੁਸੀਂ? ਦੇਖੋ ਜੀ, ਥਾਇਰਾਇਡ ਦਾ ਤਾਂ ਸਾਡੇ ਕੋਲ 100% ਗਰੰਟਿਡ ਇਲਾਜ ਹੈਗਾ। ਜਿੱਦਾਂ ਜੋੜਾਂ ਦੀ ਦਰਦਾਂ ਦਾ ਇਲਾਜ 100% ਆ, ਸਾਡੇ ਕੋਲ ਥਾਇਰਾਇਡ ਦਾ ਵੀ 100% ਗਰੰਟਿਡ ਇਲਾਜ ਹੈ। ਥਾਇਰਾਇਡ ਦਾ ਬੇਸਿਕਲੀ ਸਾਡਾ ਅੱਜ ਕੱਲ੍ਹ ਵਰਕਲੋਡ ਇੰਨਾ ਵੱਧ ਗਿਆ, ਸਟ੍ਰੈਸ ਇੰਨਾ ਵੱਧ ਚੁੱਕਾ ਹੈ, ਸਾਡੇ ਬੋਡੀ ਦੇ ਹਾਰਮੋਨ ਸਾਰੇ ਡਿਸਟਰਬ ਹੋ ਜਾਂਦੇ ਨੇ। ਉਹਦੇ ਨਾਲ ਹਾਰਮੋਨਸ ਡਿਸਟਰਬ ਹੋਣ ਦੇ ਨਾਲ ਸਾਡਾ ਖਾਣ ਪੀਣ, ਜਿੱਦਾਂ ਤੁਹਾਨੂੰ ਮੈਂ ਦੱਸਿਆ, ਡਾਈਟ ਬੜੀ ਇੰਪੋਰਟੈਂਟ ਹੈ। ਆਪਾਂ ਫਾਸਟ ਫੂਡ ਬਹੁਤ ਖਾਂਦੇ ਹਾਂ, ਸਪਾਈਸੀ ਚੀਜ਼ਾਂ ਖਾਂਦੇ ਹਾਂ, ਮੈਦੇ ਵਾਲੀਆਂ ਚੀਜ਼ਾਂ ਖਾ ਰਹੇ ਹਾਂ, ਜਿਹੜੀ ਸਾਡੇ ਪੇਟ ਦੇ ਵਿੱਚ ਸਟਕ ਹੋ ਕੇ ਬਹਿ ਜਾਂਦੀਆਂ, ਈਜ਼ੀਲੀ ਸਾਨੂੰ ਨਹੀਂ ਬਾਹਰ ਪਾਸ ਆਊਟ ਹੁੰਦਾ, ਕਿਉਂਕਿ ਆਯੁਰਵੇਦ ਕਹਿੰਦਾ ਹੈ ਜੇ ਤੁਸੀਂ ਖਾ ਪੀ ਰਹੇ ਹੋ ਕੁਛ ਤਾਂ ਤੁਹਾਡੇ ਨਿਕਲਣ ਵਾਸਤੇ ਵੀ ਥਾਂ ਚਾਹੀਦੀ ਹੈ। ਸਾਡਾ ਨਿਕਲ ਤਾਂ ਰਿਹਾ ਨਹੀਂ ਕੁਛ, ਸਾਨੂੰ ਕਬਜ਼ ਹੋ ਜਾਂਦੀ ਹੈ, ਸਾਡਾ ਬਾਥਰੂਮ ਨਹੀਂ, ਆਪਾਂ ਕਿਉਂਕਿ ਵਾਟਰ ਨਹੀਂ ਪ੍ਰੋਪਰ ਤਰੀਕੇ ਨਾਲ ਪੀ ਰਹੇ ਹਾਂ, ਸਾਡੀ ਹਾਈਡਰੇਸ਼ਨ ਘਟ ਗਈ ਹੈ, ਜਿਸ ਕਰਕੇ ਹਾਰਮੋਨਸ ਦਾ ਇਨਬੈਲੈਂਸ ਹੋਣ ਦੇ ਨਾਲ ਸਾਡਾ ਜਿਹੜਾ ਥਾਇਰਾਇਡ ਲੈਵਲ ਡਿਸਟਰਬ ਹੋ ਜਾਂਦਾ। ਉਹਦਾ ਸਾਡੇ ਕੋਲ ਆਯੁਰਵੈਦਿਕ ਮੈਡੀਸਿਨਸ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਥਾਇਰਾਇਡ ਦੇ ਉੱਤੇ ਕੰਮ ਕਰਦੀਆਂ, ਤੇ ਐਕਸੀਲੈਂਟ ਇੱਕ ਰਾਮਬਣ ਮੈਡੀਸਿਨਸ ਹੈਗੀਆਂ ਸਾਡੇ ਕੋਲ ਜਿਹੜੀਆਂ ਥਾਇਰਾਇਡ ਨੂੰ ਨੈਚੁਰਲੀ ਠੀਕ ਕਰ ਦਿੰਦੀਆਂ। ਤੇ ਜਿਹੜੇ ਪੇਸ਼ੈਂਟ ਲੰਬੇ ਟਾਈਮ ਤੋਂ 5 ਸਾਲ 10 ਸਾਲ ਜਾਂ 15 ਸਾਲ ਤੋਂ ਥਾਇਰਾਇਡ ਦੀ ਦਵਾਈ ਖਾ ਰਹੇ ਆ, ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਕੋਲ ਆ ਕੇ 2 ਮਹੀਨੇ ਦਵਾਈ ਖਾਓ। 2 ਮਹੀਨੇ ਦੇ ਵਿੱਚ ਉਹਨਾਂ ਦੀ 100% ਰਿਜ਼ਲਟ ਉਹਨਾਂ ਨੂੰ ਮੈਂ ਦਵਾਂਗਾ, ਜਿੰਨਾ ਮਰਜ਼ੀ ਥਾਇਰਾਇਡ ਵਧਿਆ ਹੋਵੇ ਜਾਂ ਘਟਿਆ ਹੋਵੇ। ਉਹਨਾਂ ਨੂੰ ਨਾਰਮਲ ਕਰਨਾ ਮੇਰਾ ਫਰਜ਼ ਹੈਗਾ, ਕਿਉਂਕਿ ਕੇਰਲਾ ਦੀ ਪੱਧਤੀ ਦੇ ਨਾਲ, ਕੇਰਲਾ ਦੀ ਟੈਕਨੀਕ ਦੇ ਨਾਲ ਆਪਾਂ ਉਹਨਾਂ ਦੀ ਆਯੁਰਵੈਦਿਕ ਮੈਡੀਸਿਨਸ ਨੂੰ ਫੋਲੋ ਕਰਦੇ ਹਾਂ, ਤੇ ਉਹੀ ਆਪਾਂ ਪੇਸ਼ੈਂਟ ਨੂੰ ਰਿਜ਼ਲਟ ਦੇ ਵੀ ਰਹੇ ਹਾਂ। ਮੇਰੇ ਕੋਲ ਕਈ ਪੇਸ਼ੈਂਟ ਬਾਹਰ ਦੇ ਜੁੜੇ ਹੋਏ ਨੇ, ਕਈ ਲੋਕਲ ਵੀ ਨੇ, ਕਈ ਚੰਡੀਗੜ੍ਹੋਂ ਆਉਂਦੇ ਨੇ, ਅੰਮ੍ਰਿਤਸਰੋਂ ਆਉਂਦੇ ਨੇ, ਲੁਧਿਆਣੇ ਤੋਂ ਆਉਂਦੇ ਨੇ, ਜਿਹੜੇ ਥਾਇਰਾਇਡ ਦੀ ਮੈਡੀਸਿਨ ਲੈ ਰਹੇ। ਮੇਰੇ ਕੋਲ ਰਿਪੋਰਟਾਂ ਪਈਆਂ ਹੋਈਆਂ, ਤੁਸੀਂ ਦੇਖ ਵੀ ਸਕਦੇ ਹੋ, ਬਹੁਤ ਹੀ ਅੱਛੇ ਐਕਸੀਲੈਂਟ ਰਿਜ਼ਲਟਸ ਨੇ ਥਾਇਰਾਇਡ ਦੇ।
ਕਿਉਂਕਿ ਆਯੁਰਵੈਦ ਜਿਹੜਾ ਥਾਇਰਾਇਡ ਦਾ ਟ੍ਰੀਟਮੈਂਟ ਕਰਦਾ ਹੈ ਉਹ ਇਮਿਊਨਿਟੀ ਨੂੰ ਬੂਸਟ ਕਰਦਾ ਹੈ। ਹਾਰਮੋਨਸ ਨੇ ਆਪਣੇ ਆਪ ਹੀ ਨਾਰਮਲ ਹੋ ਜਾਣਾ ਜਦੋਂ ਸਾਡੀ ਇਮਿਊਨਿਟੀ ਬੂਸਟ ਹੋਈ। ਥੋੜਾ ਜਿਹਾ ਵਰਕਲੋਡ ਉਹਨਾਂ ਨੂੰ ਦੱਸ ਦਿੰਦੇ ਸਟ੍ਰੈਸ ਮੈਨੇਜਮੈਂਟ ਕਿੱਦਾਂ ਲੈਣੀ ਹੈ, ਠੀਕ ਹੈ। ਸਟ੍ਰੈਸ ਮੈਨੇਜਮੈਂਟ ਕਰਨਾ ਸਿੱਖ ਜਾਵੇ ਤਾਂ ਨੈਚੁਰਲੀ ਉਸ ਚੀਜ਼ ਤੋਂ ਰਾਹਤ ਪਾ ਸਕਦਾ ਹੈ। ਅੱਛਾ, ਥੈਰੇਪੀ ਦੇ ਨਾਲ ਮੈਡੀਸਿਨ ਕਿੰਨਾ ਕੁ ਇੰਪੈਕਟ ਪਾਉਂਦੀ ਹੈ? ਹਰ ਇੱਕ ਚੀਜ਼ ਦਾ ਇੰਪੋਰਟੈਂਟ ਰੋਲ ਹੈ ਜੀ। ਸਾਡੇ ਆਯੁਰਵੈਦ ਦੀ ਗੱਲ ਕਰੀਏ ਤਾਂ ਆਯੁਰਵੈਦਿਕ ਪੱਧਤੀ ਦੇ ਨਾਲ ਜਿਹੜੀ ਥੈਰੇਪੀਜ਼ ਹੈ ਐਕਸਟਰਨਲੀ ਆ, ਬਾਹਰੋਂ ਆਪਾਂ ਕਰ ਰਹੇ ਹਾਂ। ਮੈਡੀਸਿਨ ਨੇ ਇੰਟਰਨਲੀ ਅੰਦਰ ਜਾ ਕੇ ਆਪਣਾ ਅਸਰ ਦਿਖਾਣਾ ਹੈ, ਠੀਕ ਹੈ। ਹੁਣ ਜਦੋਂ ਦੋਨੋਂ ਕੰਬੀਨੇਸ਼ਨ ਆਪਾਂ ਮੇਲ ਕਰਕੇ ਆਪਾਂ ਬਣਾ ਕੇ ਪੇਸ਼ੈਂਟ ਦਾ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ, ਐਕਸਟਰਨਲੀ ਥੈਰੇਪੀ ਦੇ ਨਾਲ ਰਾਹਤ ਦੇ ਰਹੇ ਹਾਂ, ਜਿਹੜੇ ਬਾਹਰੋਂ ਸਟਿਫਨੈਸ ਹੈ, ਖੁਸ਼ਕੀ ਹੋਈ ਹੈ ਸਕਿਨ ਦੇ ਵਿੱਚ, ਜਿਹੜਾ ਇੰਟਰਨਲੀ ਆਪਾਂ ਮੈਡੀਸਿਨਸ ਦੇ ਨਾਲ ਪੇਸ਼ੈਂਟ ਨੂੰ ਹੀਲ ਕਰਨਾ ਹੈ, ਇਹ ਦੋਨੋਂ ਥੈਰੇਪੀ ਦੇ ਨਾਲ ਆਪਾਂ ਪੇਸ਼ੈਂਟ ਨੂੰ 100% ਰਿਜ਼ਲਟ ਦਿੰਦੇ ਹਾਂ। ਕਿਉਂਕਿ ਮੈਡੀਸਿਨਸ ਦਾ ਦੇਖੋ ਜੀ, ਆਯੁਰਵੈਦ ਇੱਕ ਇੱਧਰ ਹੀ ਮੈਡੀਸਿਨ ਹੈਗੀ ਹੈ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਠੀਕ ਹੈ, ਬਟ ਜੇ ਸਹੀ ਤਰੀਕੇ ਨਾਲ ਦਿੱਤੀ ਜਾਵੇ ਤਾਂ। ਕਿਉਂਕਿ ਸਹੀ ਤਰੀਕੇ ਨਾਲ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਅੱਜ ਕੱਲ੍ਹ ਲੋਕੀ ਬੜੇ ਸਾਡੇ ਵੈਦ ਹੈਗੇ ਨੇ ਕਈ, ਟੇਬਲ ਤੇ ਦਵਾਈਆਂ ਰੱਖ ਕੇ ਐਕਸਪਲੇਨ ਕਰਦੇ ਨੇ ਜੀ ਆਹ ਦਵਾਈ ਤੁਸੀਂ ਖਾਓ ਤੁਹਾਡੇ ਗੋਡਿਆਂ ਦੀ ਦਰਦਾਂ ਠੀਕ ਹੋ ਜਾਣਗੀਆਂ, ਆਹ ਦਵਾਈ ਖਾਓ ਤੁਹਾਨੂੰ ਸਰਵਾਈਕਲ ਦੀ ਦਰਦ ਠੀਕ ਹੋ ਜਾਏਗੀ, ਆਹ ਦਵਾਈ ਖਾਓ ਤੁਹਾਡਾ ਹਾਰਮੋਨ ਠੀਕ ਹੋ ਜਾਣਗੇ। ਬਟ ਮੇਰਾ ਕੁਐਸਚਨ ਇਹ ਰਹਿੰਦਾ ਹੈ ਕਿ ਤੁਹਾਨੂੰ ਬਿਨਾਂ ਦੱਸੇ ਪੇਸ਼ੈਂਟ ਦੀ ਤਹਿਸੀਰ ਨਹੀਂ ਚੈੱਕ ਕੀਤੀ, ਪੇਸ਼ੈਂਟ ਦਾ ਡਾਇਗਨੋਜ਼ ਨਹੀਂ ਕੀਤਾ ਕਿ ਉਹਨੂੰ ਵਾਤ ਦੋਸ਼ ਹੈ, ਪਿੱਤ ਦੋਸ਼ ਹੈ, ਕਫ ਦੋਸ਼ ਹੈ। ਹੁਣ ਕੀ ਪਤਾ ਜਿਹੜੀ ਜੜੀ ਬੂਟੀ ਉੱਥੇ ਪਈ ਹੋਈ ਹੈ ਉਹ ਗਰਮ ਤਹਿਸੀਰ ਦੀ ਹੋਵੇ ਤੇ ਪੇਸ਼ੈਂਟ ਦੀ ਤਹਿਸੀਰ ਆਲਰੇਡੀ ਗਰਮ ਹੋਵੇ, ਦਵਾਈ ਵੀ ਗਰਮ ਦੇਤੀ ਤਾਂ ਨੈਚੁਰਲੀ ਪੇਸ਼ੈਂਟ ਨੂੰ ਸਾਈਡ ਇਫੈਕਟ ਹੋਣਾ ਹੈ। ਸੋ ਤਹਿਸੀਰ ਦਿਖਣੀ ਬਹੁਤ ਜ਼ਰੂਰੀ ਹੈ ਪੇਸ਼ੈਂਟ ਦੀ, ਉਹ ਜਿਹੜੀ ਆਪਾਂ ਨਬਜ਼ ਦੇ ਨਾਲ ਦੇਖਦੇ ਹਾਂ। ਟੰਗ ਐਗਜ਼ਾਮੀਨੇਸ਼ਨ ਦੇਖਦੇ ਹਾਂ ਕਿ ਜਿਹਦੇ ਨਾਲ ਸਾਨੂੰ ਪੇਟ ਦਾ ਪੂਰਾ ਸਟੇਟਸ ਜੀਭ ਤੋਂ ਪਤਾ ਲੱਗ ਜਾਂਦਾ ਹੈ ਕਿ ਪੇਸ਼ੈਂਟ ਦੀ ਪੇਟ ਦਾ ਸਟੇਟਸ ਕੀ ਹੈ। ਪੇਸ਼ੈਂਟ ਬੇਸ਼ੱਕ ਨਾ ਦੱਸੇ ਲੇਕਿਨ ਆਪਾਂ ਜੀਭ ਦੇਖ ਲਈਏ ਸਾਨੂੰ ਪਤਾ ਲੱਗ ਜਾਂਦਾ ਉਹਦੀ ਗਟ ਹੈਲਥ ਕਿੱਦਾਂ ਦੀ ਹੈ, ਉਹਨੂੰ ਦਵਾਈ ਪਚੇਗੀ ਨਹੀਂ ਪਚੇਗੀ। ਜਦੋਂ ਇਹ ਚੀਜ਼ਾਂ ਸਾਡੇ ਕੋਲ ਇੱਕ ਵਾਰੀ ਪੇਸ਼ੈਂਟ ਆ ਕੇ ਚੈੱਕ ਕਰਵਾਉਂਦਾ ਤਾਂ ਡੈਫੀਨੇਟਲੀ ਉਹਨੂੰ ਆਯੁਰਵੈਦਿਕ ਮੈਡੀਸਿਨ ਰਾਮਬਾਣ ਔਸ਼ਧੀ ਦੀ ਤਰ੍ਹਾਂ ਕੰਮ ਕਰਦੀ ਹੈ। ਅੱਛਾ, ਆਯੁਰਵੈਦਿਕ ਤਰੀਕੇ ਨਾਲ ਡਾਕਟਰ ਸਾਹਿਬ ਇਲਾਜ ਕਰਵਾਉਂਦੇ, ਮੈਨੂੰ ਜੋੜਾਂ ਦੀ ਦਰਦ ਤੋਂ ਯਾਦ ਆ ਗਿਆ ਕਿ ਅੱਜ ਕੱਲ੍ਹ ਪੇਨ ਕਿਲਰ ਬਹੁਤ ਚੱਲਦੀ ਹੈ। ਪੇਨ ਕਿਲਰ ਲੋਕ ਖਾ ਲੈਂਦੇ ਨੇ ਜਦੋਂ ਦਰਦ ਹੁੰਦੀ ਆ ਤਾਂ ਰਾਹਤ ਲੱਗਦਾ ਕਿ ਤੁਰੰਤ ਉਸੇ ਵੇਲੇ ਮਿਲ ਜਾਂਦੀ ਆ, ਪਰ ਇਹਦੇ ਸਾਈਡ ਇਫੈਕਟ ਕੀ ਰਹਿ ਜਾਂਦੇ ਨੇ ਫਿਰ? ਪੇਨ ਕਿਲਰ ਦੇਖੋ ਜੀ, ਤੁਸੀਂ ਇਹ ਸੁਣਿਆ ਹੋਣਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਹੁਤ ਹੀ ਨੌਜਵਾਨ ਮੁੰਡੇ ਕਿਡਨੀ ਫੇਲਿਅਰ ਦਾ ਸ਼ਿਕਾਰ ਹੋ ਰਹੇ ਨੇ ਅੱਜ ਕੱਲ੍ਹ, ਠੀਕ ਹੈ। ਮਿਹਨਤ ਬਹੁਤ ਕਰਦੇ ਨੇ ਲੇਕਿਨ ਉਹਨਾਂ ਨੂੰ ਜਿਹੜੀਆਂ ਦਰਦਾਂ ਹੁੰਦੀਆਂ ਲੇਕਿਨ ਉਹ ਸਮਝ ਨਹੀਂ ਪਾਉਂਦੇ ਕਿ ਸਾਡੀ ਦਰਦ ਦਾ ਮੇਨ ਕਾਰਨ ਕੀ ਹੈ, ਠੀਕ ਹੈ। ਜਿਹਦੇ ਕਰਕੇ ਉਹ ਕੈਮਿਸਟ ਕੋਲ ਚਲੇ ਜਾਂਦੇ ਨੇ, ਲੋਕਲ ਕਿਸੇ ਬੰਦੇ ਕੋਲ ਦਵਾਈ ਲੈ ਆਉਂਦੇ ਨੇ, ਉਹ ਕੀ ਕਰਦਾ ਪੇਨ ਕਿਲਰ ਦੇ ਦਿੰਦਾ। ਹੁਣ ਪੇਨ ਕਿਲਰ ਇੱਕ ਵਾਰੀ ਖਾਣਾ ਸ਼ੁਰੂ ਕਰ ਦਰਦ ਠੀਕ ਹੋ ਜਾਂਦੀ ਉਹਦੀ, ਕਿਉਂਕਿ ਸ਼ਾਰਟ ਟਰਮ ਇਫੈਕਟ ਹੈਗਾ ਇਹ, ਠੀਕ ਹੈ। ਉਹਨੇ ਸਬਸਾਈਡ ਕਰਤੀ ਪੇਨ, ਲੇਕਿਨ ਫਿਰ ਜਦੋਂ ਦੁਬਾਰਾ ਹੋਏ ਉਹਨੇ ਫਿਰ ਪੇਨ ਕਿਲਰ ਖਾ ਲਿਆ, ਉਹ ਪੱਤੇ ਦੇ ਪੱਤੇ ਮੁਕਾ ਦਿੰਦਾ ਹੈ, ਜਿਹਦੀ ਵਜ੍ਹਾ ਨਾਲ ਉਹਨੂੰ ਕਿਡਨੀ ਫੇਲਿਅਰ ਹੋ ਜਾਂਦਾ। ਸੋ ਪੇਨ ਕਿਲਰ ਮੇਰੇ ਤੁਹਾਡੇ ਜੋ ਦਰਸ਼ਕ ਦੇਖ ਰਹੇ ਨੇ, ਮੈਂ ਉਹਨਾਂ ਨੂੰ ਇਹੀ ਐਡਵਾਈਸ ਕਰਨਾ ਚਾਹੁੰਦਾ ਕਿ ਜ਼ਿਆਦਾ ਪੇਨ ਕਿਲਰ ਖਾਣ ਨਾਲੋਂ ਤੁਸੀਂ ਇਹਨਾਂ ਨੈਚੁਰਲ ਥੈਰੇਪੀਜ਼ ਦਾ ਬੈਨੀਫਿਟ ਲੈ ਸਕਦੇ ਹੋ। ਸਾਡੇ ਕੋਲ ਆਯੁਰਵੈਦਿਕ ਪੇਨ ਕਿਲਰ ਹੈ ਇੱਕ, ਜਿਹੜਾ ਕਿਸੇ ਵੀ ਆਰਗਨ ਤੇ ਕੋਈ ਸਾਈਡ ਇਫੈਕਟ ਨਹੀਂ ਦਿੰਦਾ, ਨਾ ਕਿਡਨੀ ਫੇਲ ਕਰਦਾ, ਨਾ ਲੀਵਰ ਫੇਲ ਕਰਦਾ, ਨਾ ਉਹਨੇ ਕਿਸੇ ਪਾਰਟ ਤੇ ਇਨਫੈਕਸ਼ਨ ਕਰਨੀ ਹੈ, ਜਿਹੜਾ ਨੈਚੁਰਲੀ ਪੇਸ਼ੈਂਟ ਦੇ ਜੋੜਾਂ ਦੇ ਵਿੱਚ ਜਾਏਗਾ ਤੇ ਉਹਨੂੰ ਆਪਣਾ ਅਸਰ ਦਿਖਾਏਗਾ ਤਾਂ ਪੇਸ਼ੈਂਟ 2-4 ਦਿਨ ਦੇ ਵਿੱਚ ਹੀ ਆਪਣੀ ਪੇਨ ਤੋਂ ਰਾਹਤ ਪਾ ਸਕਦਾ ਹੈ। ਆਹ ਸਾਡਾ ਪੇਨ ਕਿਲਰ ਹੈ ਜੀ, ਆਹ ਰੋਮੋਨਿਲ ਪੇਨ ਕਿਲਰ ਹੈ ਟੈਬਲੇਟ। ਆਹ ਇਹ ਵੱਖਰਾ ਕਿਵੇਂ ਆ ਦੂਜੀਆਂ ਪੇਨ ਕਿਲਰ ਤੋਂ? ਦੇਖੋ ਜੀ, ਇਹਦੇ ਚ ਜੜੀ ਬੂਟੀਆਂ ਪਾਈਆਂ ਹੋਈਆਂ ਸਾਰੀਆਂ, ਅਸ਼ਵਗੰਧਾ ਹੈ ਇਹਦੇ ਚ, ਹੋਰ ਆਪਣੇ ਪਿਪਲੀ ਹੈ, ਸ਼ਿਲਾਜੀਤ ਹੈ, ਸ਼ੁੱਧ ਕੁਚਲਾ ਪਾਇਆ ਹੋਇਆ ਹੈ, ਠੀਕ ਹੈ, ਪੁਸ਼ਕਰ ਮੂਲ ਹੈ, ਹਰਿਤਕੀ ਹੈ। ਇਹਦੇ ਚ ਕਈ ਤਰ੍ਹਾਂ ਦੀ ਜੜੀ ਬੂਟੀਆਂ ਮਿਕਸ ਕੀਤੀਆਂ ਹੋਈਆਂ ਜਿਹੜੀ ਪੇਨਸ ਦੇ ਉੱਤੇ ਕੰਮ ਕਰਦੀ ਸਪੈਸ਼ਲੀ, ਜਿਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ। ਜੇ ਆਪਾਂ ਕਹੀਏ ਕਿ ਇਹ ਕਿਡਨੀ ਦੇ ਉੱਤੇ ਅਸਰ ਕਰੇਗਾ, ਨਹੀਂ ਕਰੇਗਾ, 0% ਕੋਈ ਸਾਈਡ ਇਫੈਕਟ ਨਹੀਂ ਹੈਗਾ। ਜੇ ਕਿਸੇ ਨੇ ਪੇਨ ਕਿਲਰ ਖਾਣਾ ਹੈ ਤਾਂ ਨੈਚੁਰਲ ਪੇਨ ਕਿਲਰ ਖਾਵੇ, ਕਿਉਂ ਆਰਟੀਫਿਸ਼ੀਅਲ ਪੇਨ ਕਿਲਰ ਖਾਣੇ ਜਿਹੜੇ ਆਪਣੀ ਕਿਡਨੀਆਂ ਖਰਾਬ ਕਰਨੀਆਂ। ਸੋ ਇੱਕ ਕੇਰਲਾ ਪੱਧਤੀ ਦੇ ਨਾਲ ਜਾਂ ਆਪਾਂ ਆਯੁਰਵੈਦਿਕ ਤਰੀਕੇ ਨਾਲ ਗੱਲ ਕਰੀਏ ਤਾਂ ਨੈਚੁਰਲ ਜਿਹੜੀ ਚੀਜ਼ ਹੈ, ਜੇ ਤੁਹਾਨੂੰ ਫਾਇਦਾ ਨਹੀਂ ਦਿੱਤਾ ਤਾਂ ਨੁਕਸਾਨ ਵੀ ਨਹੀਂ ਕਰੇਗੀ ਉਹ। ਸੋ ਬੈਟਰ ਇਹ ਹੈ ਕਿ ਆਯੁਰਵੈਦ ਅਪਣਾਓ, ਆਪਣੀ ਜ਼ਿੰਦਗੀ ਨੂੰ ਨਰਕ ਦੇ ਵਿੱਚ ਧੱਕਣ ਨਾਲੋਂ ਸਵਰਗ ਦੇ ਵਿੱਚ ਲੈ ਕੇ ਜਾਓ, ਕਿਉਂਕਿ ਇਹ ਇੱਕ ਇੱਦਾਂ ਦੀ ਥੈਰੇਪੀਆਂ ਹੈਗੀਆਂ ਜਿਹੜੀ ਸਾਨੂੰ ਬਹੁਤ ਹੀ ਇਫੈਕਟਿਵ ਥੈਰੇਪੀ ਹੈ, ਜਿਹਦਾ ਕੋਈ ਸਾਈਡ ਇਫੈਕਟ ਹੀ ਨਹੀਂ ਹੈਗਾ। ਐਂਡ ਇਹਨੇ ਤੁਹਾਨੂੰ ਰਿਜ਼ਲਟ 100% ਦੇਣੇ ਹੀ ਦੇਣੇ ਆ, ਨੁਕਸਾਨ ਤਾਂ ਕੋਈ ਵੀ ਨਹੀਂ ਕਰੇਗੀ, 100% ਰਿਜ਼ਲਟ ਦੇਣੇ ਹੀ ਆ। ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਪੰਚਕਰਮਾ ਦੀ ਪੜ੍ਹਾਈ ਕੀਤੀ ਹੋਈ ਹੈ, ਪੰਚਕਰਮਾ ਨੂੰ ਲੈ ਕੇ ਵੀ ਬੜੇ ਸਾਰੇ ਮਨਾਂ ਦੇ ਵਿੱਚ ਸਵਾਲ ਹੋਣਗੇ ਲੋਕਾਂ ਦੇ ਕਿ ਪੰਚਕਰਮਾ ਕਿੰਨਾ ਨੂੰ ਕਰਵਾਉਣਾ ਚਾਹੀਦਾ? ਪੰਚਕਰਮਾ ਸਾਡਾ ਆਯੁਰਵੈਦ ਕਹਿੰਦਾ ਹੈ ਜੀ ਹਰ ਤਰ੍ਹਾਂ ਦੇ ਬੰਦੇ ਨੂੰ ਪੰਚਕਰਮਾ ਕਰਾਉਣਾ ਚਾਹੀਦਾ। ਜੇ ਕੋਈ ਬਿਮਾਰੀ ਨਾਲ ਗ੍ਰਸਿਤ ਹੈ ਉਹਨੂੰ ਵੀ ਪੰਚਕਰਮਾ ਕਰਾਉਣਾ ਚਾਹੀਦਾ ਹੈ। ਜੇ ਕੋਈ ਹੈਲਦੀ ਬੰਦਾ ਹੈ ਉਹਨੂੰ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਪੰਚਕਰਮਾ ਕਰਾਉਣਾ ਚਾਹੀਦਾ ਹੈ, ਕਿਉਂਕਿ ਆਯੁਰਵੈਦ ਕਹਿੰਦਾ ਹੈ ਕਿ ਸਵਸਥ ਵਿਅਕਤੀ ਦੇ ਸਵਾਸਥ ਦੀ ਰੱਖਿਆ ਕਰਨਾ। ਜੇ ਤੁਸੀਂ ਹੈਲਦੀ ਹੋ ਤਾਂ ਤੁਸੀਂ ਹੋਰ ਕਿੱਦਾਂ ਹੈਲਦੀ ਹੋ ਸਕਦੇ ਹੋ, ਉਹਦੀ ਰੱਖਿਆ ਕਰਨਾ ਕਿ ਤੁਹਾਨੂੰ ਕੋਈ ਬਿਮਾਰੀ ਨਾ ਲੱਗੇ। ਜੇ ਤੁਸੀਂ ਡਿਜ਼ੀਜ਼ ਤੋਂ ਆਲਰੇਡੀ ਪੀੜਤ ਹੋ, ਤੁਹਾਨੂੰ ਕੋਈ ਬਿਮਾਰੀ, ਗਠੀਏ ਦੀ ਪ੍ਰੋਬਲਮ ਹੈ, ਜੁਆਇੰਟਸ ਪੇਨ ਹੈ, ਜਾਂ ਕੋਈ ਸਕਿਨ ਡਿਜ਼ੀਜ਼ ਹੈ, ਜਾਂ ਤੁਹਾਨੂੰ ਥਾਇਰਾਇਡ ਦੀ ਪ੍ਰੋਬਲਮ ਹੈ, ਤਾਂ ਤੁਹਾਨੂੰ ਉਸ ਬਿਮਾਰੀ ਤੋਂ ਕੱਢਣਾ ਕਿੱਦਾਂ ਬਾਹਰ? ਕਿਉਂਕਿ ਆਯੁਰਵੈਦ ਦੇ ਵਿੱਚ ਡਿਟੌਕਸੀਫਿਕੇਸ਼ਨ ਆਪਾਂ ਕਰਦੇ ਹਾਂ, ਪੰਚਕਰਮਾ ਦੇ ਵਿੱਚ ਪੋਸੀਬਲ ਹੈ। ਜਿੱਦਾਂ ਆਪਾਂ ਗੱਡੀ ਦੀ ਸਰਵਿਸ ਕਰਵਾਉਂਦੇ ਹਾਂ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ, ਉੱਦਾਂ ਹੀ ਸਾਡੀ ਬੋਡੀ ਨੂੰ ਵੀ ਸਰਵਿਸ ਦੀ ਲੋੜ ਹੈ। ਉਹ ਸਰਵਿਸ ਜਿਹੜੀ ਆ ਪੰਚਕਰਮਾ ਦੇ ਵਿੱਚ ਪੋਸੀਬਲ ਹੈ, ਜਿਹੜੀ ਆਪਾਂ ਬਿਮਾਰੀਆਂ ਨੂੰ ਜੜੋਂ ਕੱਢਦੇ ਹਾਂ। ਉਸ ਤੋਂ ਬਾਅਦ ਕੱਢਣ ਤੋਂ ਬਾਅਦ ਲੋਕ ਕੀ ਕਰਦੇ ਨੇ, ਡਿਟੌਕਸ ਕਰਵਾ ਲੈਂਦੇ ਨੇ, ਲੇਕਿਨ ਵਿੱਚ ਕਰ ਟ੍ਰੀਟਮੈਂਟ ਛੱਡ ਜਾਂਦੇ ਨੇ ਆਪਣਾ।
ਉਹ ਗਲਤ ਕੰਮ ਹੈ। ਟ੍ਰੀਟਮੈਂਟ ਨਹੀਂ ਕਦੀ ਛੱਡਣਾ, ਟ੍ਰੀਟਮੈਂਟ ਆਪਣਾ ਕੰਪਲੀਟ ਕਰਾਉਣਾ ਚਾਹੀਦਾ ਹਾਂ। ਕਿਉਂਕਿ ਆਯੁਰਵੇਦ 'ਚ ਲਿਖਿਆ ਐਂਡ ਦੇ ਵਿੱਚ ਰਸਾਇਣ ਚਿਕਿਤਸਾ ਕਰਨੀ ਚਾਹੀਦੀ ਹੈ। ਰਸਾਇਣ ਚਿਕਿਤਸਾ ਹੁੰਦੀ ਹੈ ਇਮਿਊਨਿਟੀ ਨੂੰ ਬੂਸਟ ਕਰਨਾ। ਠੀਕ ਹੈ। ਜਦੋਂ ਹੁਣ ਰਸਾਇਣ ਚਿਕਿਤਸਾ ਕੰਪਲੀਟ ਹੋਏਗੀ ਤਾਂ ਤੁਹਾਡੀ ਇਮਿਊਨਿਟੀ ਬੂਸਟ ਹੋਏਗੀ, ਤੁਹਾਡੇ ਬੋਡੀ ਦੇ ਵਿੱਚ ਫਾਈਟਿੰਗ ਕਰਨ ਦੀ ਕੈਪੈਸਿਟੀ ਵਧੇਗੀ। ਬਿਮਾਰੀ ਨਾਲ ਬਾਈ ਚਾਂਸ ਤੁਹਾਡੇ ਅੰਦਰ ਕੋਈ ਬੈਕਟੀਰੀਆ ਵਾਇਰਸ ਚਲਾ ਗਿਆ ਤਾਂ ਤੁਹਾਡਾ ਫਾਈਟ ਕਿੰਨੇ ਕਰਨਾ, ਇਮਿਊਨਿਟੀ ਨੇ ਕਰਨੀ ਹੈ। ਆਯੁਰਵੇਦ ਇਮਿਊਨਿਟੀ ਦੇ ਉੱਤੇ ਵੀ ਕੰਮ ਕਰਦਾ ਹੈ। ਸੋ ਇਮਿਊਨਿਟੀ ਨੂੰ ਵਧਾਓ ਨੈਚੁਰਲ ਤਰੀਕੇ ਦੇ ਨਾਲ, ਆਯੁਰਵੈਦਿਕ ਮੈਡੀਸਿਨਸ ਦੇ ਨਾਲ, ਤੇ ਤੁਹਾਨੂੰ ਬਿਮਾਰੀਆਂ ਘੱਟ ਤੋਂ ਘੱਟ ਲੱਗਣਗੀਆਂ। ਯਾਨੀ ਕਿ ਬਿਮਾਰੀਆਂ ਨੂੰ ਆਉਣ ਤੋਂ ਪਹਿਲਾਂ ਜਿਹੜਾ ਪੰਚਕਰਮਾ ਮੁਕਤ ਕਰ ਦੂਰ ਕਰ ਦਿੰਦਾ, ਜੜੋਂ ਖਤਮ ਕਰ ਦਿੰਦਾ ਹੈ ਜੀ। ਉਹਨੂੰ ਆਣ ਹੀ ਨਹੀਂ ਦਿੰਦਾ ਦੁਬਾਰਾ। ਫਿਰ ਜੇ ਆਏਗਾ ਤਾਂ ਮਰੀਜ਼ ਦੀ ਗਲਤੀ ਨਾਲ ਆਏਗਾ, ਨਹੀਂ ਤਾਂ ਆਏਗਾ ਨਹੀਂ। ਕਿਉਂਕਿ ਆਪਾਂ ਉਹਦੇ ਨਾਲ ਡਾਈਟ ਪ੍ਰੀਕਾਸ਼ਨਸ ਦੱਸਦੇ ਹਾਂ ਕਿ ਤੁਸੀਂ ਆਹ ਚੀਜ਼ ਖਾਣੀ ਆ, ਆਹ ਚੀਜ਼ ਨਹੀਂ ਖਾਣੀ ਹੈ, ਆਹ ਤੁਹਾਡੀ ਐਕਸਰਸਾਈਜ਼ ਰਹਿਣੀ ਹੈ, ਆਹ ਤੁਸੀਂ ਚੀਜ਼ਾਂ ਨੂੰ ਫੋਲੋ ਕਰਨਾ ਹੈ। ਇਸ ਤਰੀਕੇ ਨਾਲ ਉਹਨੂੰ ਲਾਈਫ ਸਟਾਈਲ ਮੋਡੀਫਿਕੇਸ਼ਨ ਜਿਹੜਾ ਹੈ ਆਯੁਰਵੇਦ ਦੇ ਵਿੱਚ ਸਮਝਾਇਆ ਜਾਂਦਾ ਹੈ, ਜਿਹੜੇ ਅੱਜ ਕੱਲ੍ਹ ਦੇ ਲੋਕ ਨਹੀਂ ਕਰਦੇ ਨੇ। ਜੇ ਲਾਈਫ ਸਟਾਈਲ ਮੋਡੀਫਿਕੇਸ਼ਨ ਨੂੰ ਸਮਝ ਲੈਣ ਤਾਂ ਮੈਂ ਕਹਿੰਦਾ ਮਰੀਜ਼ ਦੀ ਆਉਣ ਵਾਲੇ ਟਾਈਮ 'ਚ ਦਵਾਈਆਂ ਸਾਰੀਆਂ ਬੰਦ ਹੋ ਜਾਣਗੀਆਂ। ਬੇਸ਼ੱਕ ਉਹ BP ਦੀ ਹੈ, ਸ਼ੂਗਰ ਦੀ ਹੈ, ਜਿਹੜੀ ਮਰਜ਼ੀ ਹੈ। ਲਾਈਫ ਸਟਾਈਲ ਮੋਡੀਫਿਕੇਸ਼ਨ ਬਹੁਤ ਜ਼ਰੂਰੀ ਕੰਮ ਕਰਦੀ ਹੈ। ਜਿਹੜੇ ਤੁਹਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਸਾਡੇ ਇੱਥੇ 2 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੱਡੀਆਂ ਦਾ, ਜਿਹਦੇ ਵਿੱਚ ਮੈਂ ਮਰੀਜ਼ਾਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕਰਨੀ ਹੈ। ਉਹਦੇ ਵਿੱਚ ਫ੍ਰੀ OPD ਹੋਏਗੀ ਤੇ BMD ਟੈਸਟ ਜਿਹੜਾ ਮਾਰਕੀਟ ਦੇ ਵਿੱਚ ਰੇਟ 2500 ਰੁਪਏ, ਜਿਹਦੇ 'ਚ ਹੱਡੀਆਂ ਦੀ ਘਣਤਾ ਆਪਾਂ ਚੈੱਕ ਕਰਦੇ ਹਾਂ ਕਿ ਹੱਡੀਆਂ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਕਿੰਨੀ ਹੈ, ਉਹ ਫ੍ਰੀ ਆਫ ਕਾਸਟ ਟੈਸਟ ਕੀਤਾ ਜਾ ਰਿਹਾ ਹੈ। ਤੇ OPD ਫ੍ਰੀ ਹੋਏਗੀ, ਸ਼ੂਗਰ ਤੇ BP ਦਾ ਚੈੱਕ ਫ੍ਰੀ ਕੀਤਾ ਜਾਏਗਾ। ਉਹਦੇ ਨਾਲ ਨਾਲ ਜਿਹੜੀ ਆਯੁਰਵੈਦਿਕ ਦਵਾਈਆਂ ਹੈ ਉਹਦੇ ਤੇ ਵਿਸ਼ੇਸ਼ ਤੌਰ ਤੇ 20% ਆਫ ਹੈ, ਤੇ ਜਿਹੜੇ ਟੈਸਟ ਨੇ ਉਹਦੇ 'ਚ 50% ਆਫ ਰੱਖਿਆ ਹੋਇਆ। ਤੇ ਜਿਹੜੇ ਮਰੀਜ਼ ਦੇਖ ਰਹੇ ਨੇ ਜਿਹੜੇ ਆਲਰੇਡੀ ਇਸ ਚੀਜ਼ ਤੋਂ ਪੀੜਿਤ ਨੇ, ਉਹ 2 ਤਰੀਕ ਨੂੰ ਸਵੇਰੇ 10 ਤੋਂ 2 ਵਜੇ ਤੱਕ ਸਾਡੇ ਵੇਦਾ ਵਾਈਵ ਆਯੁਰਵੈਦਿਕ ਕਲੀਨਿਕ ਪੰਚਕਰਮਾ ਸੈਂਟਰ ਦੇ ਵਿੱਚ ਆ ਕੇ ਆਪਣਾ ਜਾਂਚ ਕਰਵਾ ਸਕਦੇ ਨੇ ਤੇ ਆਯੁਰਵੈਦਿਕ ਮੈਡੀਸਿਨਸ ਦਾ ਬੈਨੀਫਿਟ ਲੈ ਸਕਦੇ ਨੇ। ਅੰਕਲ ਤੁਹਾਨੂੰ ਕੀ ਸਮੱਸਿਆ ਔਰ ਕਿਸ ਚੀਜ਼ ਦਾ ਇਲਾਜ ਕਰਵਾ ਰਹੇ ਤੁਸੀਂ? ਐਕਚੁਅਲੀ ਨਾ ਮੈਨੂੰ ਕਾਫੀ ਦੇਰ ਤੋਂ 20 ਸਾਲ ਤੋਂ ਮੈਂ ਹਾਈ BP ਦੀ ਗੋਲੀ ਖਾ ਰਿਹਾ। ਪਿਛਲੇ 10 ਸਾਲ ਤੋਂ ਥਾਇਰਾਇਡ ਦੀ ਗੋਲੀ ਖਾ ਰਿਹਾ ਤੇ ਨਾਲ ਮੇਰੇ ਕੋਲੇਸਟ੍ਰੋਲ ਵਧਿਆ ਦਾ ਤੇ ਪ੍ਰੋਸਟੇਟ ਔਰ ਗੋਡਿਆਂ ਦੀ ਪ੍ਰੋਬਲਮ ਆ। ਤੇ ਮੈਂ ਡਾਕਟਰ ਸਾਹਿਬ ਕੋਲ ਆਇਆ ਤੇ ਮੈਂ 15-20 ਦਿਨ ਪਿਛਲੇ 20 ਦਿਨ ਤੋਂ ਮੇਰਾ ਟ੍ਰੀਟਮੈਂਟ ਚੱਲ ਰਿਹਾ ਤੇ ਮੈਨੂੰ 70% ਰਿਲੀਫ ਮਿਲਿਆ। ਤੇ ਮੈਂ ਹੁਣ ਆਯੁਰਵੇਦ ਦੀ ਸ਼ਰਨ 'ਚ ਆ ਗਿਆ ਔਰ ਡਾਕਟਰ ਸਾਹਿਬ ਇੰਨੇ ਕੁ ਅੱਛੀ ਤਰ੍ਹਾਂ ਮੈਨੂੰ ਟ੍ਰੀਟਮੈਂਟ ਦੇ ਰਹੇ ਨੇ, ਮੈਂ ਬਹੁਤ ਕਾਫੀ ਰਿਲੀਫ ਮਹਿਸੂਸ ਕਰ ਰਿਹਾ। ਜਿਹੜੀ ਤੁਸੀਂ ਦਵਾਈ ਖਾਂਦੇ ਸੀਗੇ ਆਯੁਰਵੈਦਿਕ ਇਲਾਜ ਦੇ ਨਾਲ, ਉਹ ਦਵਾਈਆਂ ਛੁੱਟ ਗਈਆਂ ਤੁਹਾਡੀਆਂ? ਦੇਖੋ ਜੀ ਐਲੋਪੈਥਿਕ ਮੈਡੀਸਿਨ ਮੇਰੀਆਂ 70% ਛੁੱਟ ਗਈਆਂ। ਠੀਕ ਹੈ। ਬਾਕੀ ਹੌਲੀ ਹੌਲੀ ਛੁੱਟ ਜਾਣਗੀਆਂ ਸਾਰੀਆਂ। ਇਹ ਡਾਕਟਰ ਸਾਹਿਬ ਨੇ ਮੈਨੂੰ ਅਸ਼ੋਰ ਕੀਤਾ ਔਰ ਉਹਦੇ ਰਿਜ਼ਲਟਸ ਵੀ ਮੈਂ ਦੇਖ ਰਿਹਾ। ਥੈਰੇਪੀ ਦੇ ਨਾਲ ਕਿੰਨਾ ਕੁ ਰਿਲੀਫ ਤੁਸੀਂ ਕਰਦੇ? ਮੈਂ ਗੋਡਿਆਂ ਮੇਰੇ ਕੋਲ ਤੁਰਿਆ ਨਹੀਂ ਸੀ ਜਾਂਦਾ ਜੀ, ਹੁਣ ਤਾਂ ਮੈਂ ਬੜੀ ਅੱਛੀ ਤਰ੍ਹਾਂ ਕੰਫਰਟੇਬਲੀ ਚੱਲਦਾ। ਮੈਂ ਬਹੁਤ ਰਿਲੀਫ ਮਹਿਸੂਸ ਕਰਦਾ। ਜਿਹੜੇ ਇਹਨਾਂ ਦੇ ਗੋਡਿਆਂ ਦੀ ਮੇਰੇ ਥੈਰੇਪੀ ਕਰ ਰਹੇ ਨੇ ਉਹਦੇ ਨਾਲ ਮੈਂ ਬਹੁਤ ਰਿਲੀਫ ਮਹਿਸੂਸ ਕਰ ਰਿਹਾ, ਬਹੁਤ ਰਿਲੀਫ ਮਹਿਸੂਸ ਕਰ ਰਿਹਾ। ਠੀਕ ਹੈ ਬਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰੋਹਿਤ ਬਾਰੀ ਹੈ ਜੀ। ਅੱਛਾ, ਕੀ ਸਮੱਸਿਆ ਤੁਹਾਨੂੰ? ਮੇਰਾ ਬਾਈਕ ਤੋਂ ਐਕਸੀਡੈਂਟ ਹੋ ਗਿਆ ਸੀਗਾ 1 ਮਹੀਨੇ ਪਹਿਲਾਂ। ਠੀਕ ਹੈ। ਤੇ ਉਹ ਮੈਂ ਕਾਫੀ ਆਰਥੋਪੈਡਿਕਸ ਨੂੰ ਦਿਖਾਇਆ ਬਟ ਮੈਨੂੰ ਰਿਕਵਰ ਨਹੀਂ ਹੋ ਪਾ ਰਿਹਾ ਸੀਗਾ। ਤੋ ਰਿਸਟ ਆਪਣੀ ਜੁਆਇੰਟ ਆਪਣਾ ਜਗ੍ਹਾ ਤੋਂ ਹਿੱਲ ਗਈ ਸੀ ਤੇ ਲਿਗਾਮੈਂਟ ਬ੍ਰੇਕ ਹੋ ਗਏ ਸੀ। ਠੀਕ ਹੈ। ਬਟ ਮੈਂ ਆਯੁਰਵੇਦ ਦੇ ਥਰੂ ਡਾਕਟਰ ਸਾਹਿਬ ਅਰੁਣ ਮਿਲੇ, ਮੈਨੂੰ ਡਾਕਟਰ ਸਾਹਿਬ ਮਿਲੇ ਤਾਂ ਆਯੁਰਵੇਦ ਦੇ ਥਰੂ ਉਹਨਾਂ ਨੇ ਥੈਰੇਪੀਜ਼ ਕੀਤੀ ਤਾਂ ਮੈਨੂੰ ਬਹੁਤ ਜ਼ਿਆਦਾ ਫਰਕ ਆ, ਬਹੁਤ ਜ਼ਿਆਦਾ ਇੰਪਰੂਵਮੈਂਟ ਅੱਗੇ ਨਾਲੋਂ। ਤੇ ਵਿਦਿਨ ਅ ਵੀਕ ਡਾਕਟਰ ਸਾਹਿਬ ਕਹਿੰਦੇ ਕਿ ਬਿਲਕੁਲ ਰਿਕਵਰ ਹੋ ਜਾਏਗਾ। ਕਿੰਨੇ ਦਿਨ ਹੋ ਗਏ ਤੁਹਾਨੂੰ ਥੈਰੇਪੀ ਲੈਂਦੇ? ਆਈ ਥਿੰਕ ਆਪਾਂ 7 to 8 ਡੇਜ਼ ਹੋ ਗਏ ਮੈਨੂੰ ਥੈਰੇਪੀ ਲੈਂਦੇ। ਠੀਕ ਹੈ। ਕਿੰਨਾ ਕੁ ਫਰਕ ਮਹਿਸੂਸ ਕਰਨੇ? ਕਾਫੀ, ਮੈਂ 80% ਦੇ ਆਸ-ਪਾਸ ਰਿਕਵਰ ਹੋ ਚੁੱਕਾ ਹਾਂ ਸਿਰਫ 8 ਦਿਨ ਦੇ ਵਿੱਚ ਹੀ। ਪਹਿਲਾਂ ਕਿਤੋਂ ਹੋਰ ਕਰਵਾ ਰਹੇ ਸੀਗੇ ਕਿ ਜਾਂ ਸਿੱਧਾ ਆਯੁਰਵੈਦਿਕ ਕਰਵਾਇਆ? ਨਹੀਂ, ਆਯੁਰਵੇਦ ਨਹੀਂ, ਮੈਂ ਐਲੋਪੈਥਿਕ ਕਰਵਾਇਆ ਸੀਗਾ ਤੇ ਆਰਥੋਪੈਡਿਕ ਨੂੰ ਦਿਖਾਇਆ ਸੀਗਾ। ਉਹਨਾਂ ਨੇ ਉਹਨਾਂ ਨੇ ਕਿਹਾ ਸੀਗਾ ਕਿ 1 month to 2 month ਲੱਗਣੇ ਆ ਬਟ ਰਿਕਵਰੀ ਕੋਈ ਵੀ ਨਹੀਂ ਸੀਗੀ। ਸੋ 3 ਹਫ਼ਤੇ 'ਚ ਮੈਨੂੰ ਕੋਈ ਰਿਕਵਰੀ ਨਹੀਂ ਮਿਲੀ ਬਟ ਇੱਥੇ 1 ਹਫ਼ਤੇ ਦੇ ਵਿੱਚ ਮੈਨੂੰ ਕਾਫੀ ਹੱਦ ਤੱਕ ਰਿਕਵਰ ਆ। ਕਾਫੀ ਜ਼ਿਆਦਾ ਫਰਕ ਪੈ ਗਿਆ ਤੁਹਾਨੂੰ? ਬਿਲਕੁਲ। ਠੀਕ ਹੈ। ਆਂਟੀ ਤੁਹਾਡਾ ਕੀ ਨਾਮ ਹੈ? ਨਿਰਮਲ ਕੌਰ। ਅੱਛਾ, ਤੁਹਾਨੂੰ ਕੀ ਸਮੱਸਿਆ ਹੈਗੀ? ਗੋਡਿਆਂ ਦੀ ਸਮੱਸਿਆ? ਹਾਂਜੀ। ਅੱਛਾ, ਕਿੰਨੇ ਦਿਨ ਹੋ ਗਏ ਤੁਹਾਨੂੰ ਥੈਰੇਪੀ ਲੈਂਦੇ? ਹੋ ਗਏ 5-4 ਦਿਨ। ਅੱਛਾ। ਹਾਂਜੀ। ਕਿੰਨਾ ਕੁ ਮਹਿਸੂਸ ਕਰਦੇ ਹੋ ਰਾਹਤ? ਹੁਣ ਤਾਂ ਠੀਕ ਲੱਗਦਾ, ਥੋੜਾ ਫਰਕ ਲੱਗਦਾ। ਹਾਂਜੀ। ਇਹ ਥੈਰੇਪੀ ਦੇ ਨਾਲ ਹੀ ਫਰਕ ਪੈ ਗਿਆ ਤੁਹਾਨੂੰ? ਦਵਾਈ ਵੀ ਖਾਂਦੇ ਆ, ਦਵਾਈ ਨਾ ਦਿੱਤੀ ਸੀ ਦਵਾਈ। ਆਯੁਰਵੈਦਿਕ ਦਵਾਈ ਵੀ ਖਾਂਦੇ? ਹਾਂਜੀ ਹਾਂਜੀ। ਠੀਕ ਹੈ। ਇਹਨਾਂ ਤੋਂ ਲੈ ਗਏ ਸੀ ਦਵਾਈ। ਹਾਂ, ਪਹਿਲਾਂ ਕਿੱਥੋਂ ਕਰਵਾਉਂਦੇ ਸੀਗੇ ਟ੍ਰੀਟਮੈਂਟ? ਪਹਿਲਾਂ ਤਾਂ ਭਰਾਵਾ ਲੋਕਲ ਦੁਕਾਨਾਂ ਤੋਂ ਇਦਾਂ ਮਾੜਾ ਮੋਟਾ ਕਰ ਲਈਦਾ ਮੈਡੀਸਿਨ ਤੋਂ ਲੈ ਕੇ। ਅੱਛਾ। ਹਾਂਜੀ। ਠੀਕ ਹੈ। ਹੁਣ ਥੈਰੇਪੀ ਦੇ ਨਾਲ ਕਾਫੀ ਫਰਕ ਪੈ ਗਿਆ? ਹਾਂਜੀ, ਫਰਕ ਪੈ ਗਿਆ ਕਾਫੀ। ਠੀਕ ਹੈ। ਇਹ ਡਾਕਟਰ ਅਰੁਣ ਕੁਮਾਰ ਹੈਗੇ ਨੇ ਜਿਹੜੇ ਆਯੁਰਵੈਦਿਕ ਤਰੀਕੇ ਦੇ ਨਾਲ ਜੋੜਾਂ ਦੀਆਂ ਦਰਦਾਂ ਦਾ ਇਲਾਜ ਕਰਦੇ ਨੇ। ਚਾਹੇ ਥਾਇਰਾਇਡ ਹੈਗਾ, ਚਾਹੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੈਗੀ ਹੈ ਕਿ ਪਰੇਸ਼ਾਨੀ ਆ ਰਹੀ ਹੈ, ਇਲਾਜ ਕਰਵਾ ਰਹੇ ਹੋ ਪਰ ਇਲਾਜ ਨਹੀਂ ਹੋ ਰਿਹਾ, ਤਾਂ ਆਯੁਰਵੈਦਿਕ ਤਰੀਕੇ ਦੇ ਨਾਲ ਤੁਸੀਂ ਵੀ ਇਲਾਜ ਕਰਵਾ ਸਕਦੇ ਹੋ। ਜਲੰਧਰ ਦੇ ਵਿੱਚ PPR ਮਾਰਕੀਟ ਦੇ ਵਿੱਚ ਵੇਦਾ ਵਾਈਬ ਇਹਨਾਂ ਦਾ ਕਲੀਨਿਕ ਹੈਗਾ। ਕਈ ਪੇਸ਼ੈਂਟ ਇਹਨਾਂ ਦੇ ਕੋਲੋਂ ਠੀਕ ਹੋ ਕੇ ਗਏ ਨੇ ਤਾਂ ਆਯੁਰਵੈਦਿਕ ਤਰੀਕੇ ਦੇ ਨਾਲ ਕੇਰਲਾ ਤੋਂ ਪੜ੍ਹਾਈ ਕਰਕੇ ਆਏ ਨੇ ਤੇ ਕੇਰਲਾ ਦੀ ਤਕਨੀਕ ਦੇ ਨਾਲ ਪੰਜਾਬ ਦੇ ਵਿੱਚ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ। ਕੈਮਰਾਮੈਨ ਰਿੰਕੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ TV, ਜਲੰਧਰ।